ਵਾਹਿਗੁਰੂ ਸੱਚੇ ਸਤਿਗੁਰ ਦੀ ਰਹਿਮਤ ਦੇ ਨਾਲ ਆਪ ਵਡਭਾਗੀ ਹੋ ਗੁਰੂ ਚਰਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰਨ ਵਾਸਤੇ ਪਹੁੰਚੇ ਹੋ। ਧੰਨ ਗੁਰੂ ਅੰਗਦ ਦੇਵ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ 20ਵੀਂ ਪੌੜੀ ਦਾ ਪਹਿਲਾ ਸ਼ਲੋਕ ਪਹਿਲਾ ਸ਼ਬਦ ਹੈ। ਦੋ ਸ਼ਬਦ ਨੇ, ਦੋਵੇਂ ਗੁਰੂ ਅੰਗਦ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਨੇ। ਧੰਨ ਗੁਰੂ ਅੰਗਦ ਦੇਵ ਜੀ ਕਿਰਪਾ ਕਰਦੇ ਹਨ। ਕਿਸ ਹੈ ਕੋਈ ਕੋਈ, ਕਿਸੇ ਦਾ ਕੋਈਏ, ਕਿਸੇ ਦਾ ਕੋਈਏ, ਮਨ ਜਨ ਮਾਣੀ ਇੱਕ ਤੂੰ ਤੇ ਮੇਰਾ ਤੂੰ ਇੱਕ ਹੈ। ਕਿਉਂ ਨਾ ਮਰੀਜੇ ਹੋਏ ਜਾ ਲਗ ਚਿਤ ਨਾ ਆਵਹੀ। ਜਦੋਂ ਤੂੰ ਸਾਡਾ ਤੂੰ ਹੀ ਹੈ ਤੇ ਫਿਰ ਤੇਰੇ ਤੋਂ ਬਿਨਾ ਤੇਰਾ ਹਿਰਦੇ ਦੇ ਅੰਦਰ ਚੇਤਾ ਵਾਸਾ ਹੋਏ ਤੋਂ ਬਿਨਾ ਇਹ ਜੀਵਨ ਹੈ ਜਿਹੜਾ ਇਹ ਸਫਲ ਨਹੀਂ ਹੈ। ਤੇ ਫਿਰ ਤੇਰੀ ਪ੍ਰਾਪਤੀ ਦੇ ਲਈ ਕਿਉਂ ਨਾ ਅਸੀਂ ਵਿਰਾਗ ਦੇ ਵਿੱਚ ਚਲੇ ਜਾਈਏ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਉਹ ਪਰਮਾਤਮਾ ਹੈ, ਫਿਰ ਦਿਸਦਾ ਕਿਉਂ ਨਹੀਂ? ਦਿਸਦਾ ਦਿਸੇ ਸ਼ਬਦ ਕਮਾਏ। ਦਿਸੇਗਾ, ਸ਼ਬਦ ਦੀ ਕਮਾਈ ਕਰਨੀ ਪਏਗੀ, ਐਵੇਂ ਨਹੀਂ ਦਿਸੇਗਾ। ਧੰਨ ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਦਰਜ ਕੀਤਾ ਹੈ, ਸਾਹਿਬ ਮੇਰਾ ਸਦਾ ਹੈ। ਇਹ ਨਹੀਂ ਵੀ ਉਹ ਅੱਜ ਹੈਗਾ ਤੇ ਕੱਲ ਨਹੀਂ ਹੋਏਗਾ, ਜਾਂ ਅੱਜ ਨਹੀਂ ਹੈਗਾ ਤੇ ਕੱਲ ਨੂੰ ਹੋਏਗਾ। ਉਹ ਸਦੀਵੀ ਹੈ, ਹਰ ਪਲ ਹੈ, ਵਿਆਪਕ ਹੈ, ਆਦਿ ਤੋਂ ਹੈ ਤੇ ਹੁਣ ਵੀ ਅੱਗੇ ਵੀ ਹੋਏਗਾ। ਫਿਰ ਦਿਸਦਾ ਕਿਉਂ ਨਹੀਂ? ਉਹਦਾ ਜਿਹੜਾ ਦਿਸਣ ਦਾ ਸਾਧਨ ਹੈ ਉਹ ਹੈ ਸ਼ਬਦ ਦੀ ਕਮਾਈ। ਦਿਸੇ ਸ਼ਬਦ ਕਮਾਈ, ਦਿਸੇਗਾ ਸ਼ਬਦ ਦੀ ਕਮਾਈ ਕੀਤਿਆਂ। ਉਹ ਆਹਾਣੀ ਕਦੇ ਨਾ ਹੈ। ਹੁਣ ਗੁਰੂ ਜੀ ਅਗਲੀ ਤੁਕ ਦੇ ਵਿੱਚ ਦੱਸਦੇ ਨੇ, ਉਹ ਊਣਾ ਵੀ ਨਹੀਂ। ਉਹ ਹਾਣੀ ਦਾ ਅਰਥ ਖਾਲੀ ਸਖਣਾ ਊਣਾ। ਕੋਈ ਪਲ ਇਸ ਤਰ੍ਹਾਂ ਦਾ ਨਹੀਂ ਜਦੋਂ ਉਹ ਊਣਾ ਹੋਵੇ, ਕੋਈ ਇਸ ਤਰ੍ਹਾਂ ਦਾ ਗੁਣ ਨਹੀਂ ਜਿਹਦੇ ਕਰਕੇ ਊਣਾ ਹੋਵੇ, ਸਖਣਾ ਹੋਵੇ। ਨਾ ਆਵੇ ਨਾ ਜਾਏ, ਨਾ ਕਿਤੇ ਆਉਂਦਾ ਹੈ ਤੇ ਨਾ ਹੀ ਕਿਤੇ ਜਾਂਦਾ ਹੈ। ਅਸੀਂ ਇਹ ਵੀ ਨਹੀਂ ਬਹਾਨਾ ਬਣਾ ਸਕਦੇ ਵੀ ਉਹ ਗਿਆ ਹੋਇਆ ਕੰਮ ਧੰਦੇ ਤੇ, ਆਏਗਾ ਤੇ ਫਿਰ ਮਿਲੇਗਾ। ਇਸ ਤਰ੍ਹਾਂ ਵੀ ਨਹੀਂ ਹੈਗਾ। ਮੈਂ ਇੱਕ ਵਾਰੀ ਫਿਰ ਇਸ ਪਾਵਨ ਦੋ ਤੁਕਾਂ ਨੂੰ ਸ਼ਬਦ ਨੂੰ ਸਮਝਾਉਣ ਦਾ ਯਤਨ ਕਰਾਂਗਾ। ਧੰਨ ਗੁਰਬਾਣੀ ਨੇ ਸਾਨੂੰ ਦੱਸੀਏ, ਪ੍ਰਭੂ ਪਰਮਾਤਮਾ ਹੈ ਤੇ ਉਹ ਸਦੀਵੀ ਹੈ, ਸਦਾ ਹੈ। ਫਿਰ ਸਾਡੇ ਅੰਦਰ ਸਵਾਲ ਆਉਂਦਾ ਵੀ ਜਦੋਂ ਹੈਗਾ ਗੁਰੂ ਜੀ ਤੁਸੀਂ ਆਖਦੇ ਹੋ ਹੈ ਤੇ ਸਾਨੂੰ ਦਿਸਦਾ ਕਿਉਂ ਨਹੀਂ? ਤੇ ਗੁਰੂ ਜੀ ਕਹਿੰਦੇ ਨੇ ਸ਼ਬਦ ਦੀ ਕਮਾਈ ਕਰੋ, ਦਿਸੇਗਾ। ਫਿਰ ਕਿਤੇ ਸਾਡੇ ਅੰਦਰ ਇਹ ਨਾ ਖਿਆਲ ਆ ਜਾਂਦਾ ਹੋਵੇ ਵੀ ਹੋ ਸਕਦਾ ਮੇਰੇ ਅੰਦਰ ਉਹ ਗੁਣਾ ਹੋਵੇ ਤਾਂ ਕਰਕੇ ਨਹੀਂ ਦਿਸਦਾ। ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਅੰਦਰ ਪੂਰਾ ਹੋਵੇ, ਨਹੀਂ। ਉਹ ਆਹਾਣੀ ਕਦੇ ਨਾ ਹੈ। ਉਹ ਕਿਸੇ ਦੇ ਅੰਦਰ ਵੀ ਗੁਣਾ ਨਹੀਂ, ਸਾਰਿਆਂ ਦੇ ਅੰਦਰ ਇੱਕ ਸਮਾਨ ਹੈ। ਚੀਟੀ ਤੇ ਕੁੰਚਰ ਅਸਤੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਵੀ ਛੋਟੇ ਤੋਂ ਵੱਡੇ ਉਸ ਪ੍ਰਭੂ ਪਰਮਾਤਮਾ ਦੇ ਜੀਵ ਬਣਾਏ ਨੇ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਜਾਂ ਨਹੀਂ ਜਾਣਦੇ, ਸਾਰੇ ਦੇ ਸਾਰੇ, ਸਾਰਿਆਂ ਦੇ ਵਿੱਚ ਉਹ ਇੱਕ ਰਸ ਹੈ, ਇੱਕ ਸਮਾਨ ਹੈ। ਇਹ ਤਾਂ ਉਹਦੀ ਸਭ ਤੋਂ ਵੱਡੀ ਵਡਿਆਈ ਹੈ। ਜਿਹੜੀ ਸ਼ਕਤੀ ਕੀੜੀ ਦੇ ਵਿੱਚ ਵਿਆਪਕ ਹੈ, ਉਹੀ ਸਮਰੱਥਾ, ਉਹੀ ਚੇਤਨ ਸਰੂਪ, ਉਹੀ ਹਾਥੀ ਦੇ ਵਿੱਚ ਹੈ। ਜੇ ਆਕਾਰ ਦਾ ਫਰਕ ਹੈ ਤੇ ਸਿਰਫ ਮਿੱਟੀ ਦਾ ਫਰਕ ਹੈ, ਕਿਤੇ ਮਿੱਟੀ ਜ਼ਿਆਦਾ ਲੱਗੀ ਹੈ, ਕਿਤੇ ਮਿੱਟੀ ਥੋੜ੍ਹੀ ਲੱਗੀ ਹੈ, ਬਾਕੀ ਕੋਈ ਫਰਕ ਨਹੀਂ, ਕਿਉਂਕਿ ਅਸੀਂ ਮਿੱਟੀ ਦੇ ਤੋਦੇ ਹਾਂ, ਮਿੱਟੀ ਦੇ ਬਣੇ ਹੋਏ ਹਾਂ। ਉਹ ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਹੈ। ਫਿਰ ਇਹ ਵੀ ਨਹੀਂ ਵੀ ਉਹ ਸਾਡੇ ਸਰੀਰ ਨੂੰ ਛੱਡ ਕੇ ਕਿਤੇ ਚਲਾ ਜਾਂਦਾ ਹੈ। ਗੁਰੂ ਜੀ ਰਹਿਮਤ ਕਰਦੇ ਨੇ, ਨਾ ਆਵੇ ਨਾ ਜਾਏ, ਨਹੀਂ ਆਉਂਦਾ ਤੇ ਨਹੀਂ ਜਾਂਦਾ। ਬਸ ਤੂੰ ਸ਼ਬਦ ਦੀ ਕਮਾਈ ਜਿਹੜੀ ਉਹ ਕਰਨੀ ਸ਼ੁਰੂ ਕਰਦੇ। ਹੁਣ ਸ਼ਬਦ ਦੀ ਕਮਾਈ ਜਿਹੜੀ
ਇਹ ਵਿਸ਼ਵਾਸ ਦੇ ਨਾਲ ਹੋਏਗੀ, ਇਹ ਭਰੋਸੇ ਦੇ ਨਾਲ ਹੋਏਗੀ। ਜਿਸ ਵਕਤ ਪ੍ਰਭੂ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਰਚੀ ਹੈ ਨਾ, ਇਹ ਉਹਦਾ ਖੇਲ ਹੈ। ਉਸਨੇ ਆਪਣਾ ਖੇਲ ਖੇਡਣ ਦੇ ਲਈ ਮਾਇਆ ਦੀ ਰਚਨਾ ਕੀਤੀ ਤੇ ਮਾਇਆ ਨੇ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ। ਜਿਸ ਵਕਤ ਮਾਇਆ ਨੇ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ ਤੇ ਫਿਰ ਦੋ ਜਾਣਿਆਂ ਤੋਂ ਬਿਨਾਂ ਨਾ ਖੇਡ ਨਹੀਂ ਖੇਡੀ ਜਾਂਦੀ। ਉਸ ਪ੍ਰਭੂ ਪਰਮਾਤਮਾ ਨੇ ਫਿਰ ਚਾਰ ਸਾਧਨ ਬਣਾਏ ਨੇ। ਉਹ ਚਾਰ ਸਾਧਨ ਨੇ ਜਿਹੜੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਨੇ। ਜਿਹੜੇ ਉਹ ਚਾਰ ਸਾਧਨ ਅਪਣਾ ਲੈਂਦਾ ਜਾਂ ਚਾਰਾਂ ਚੋਂ ਇੱਕ ਅਪਣਾ ਲੈਂਦਾ ਹੈ, ਉਹਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਰਾਗ, ਜੋਗ, ਗਿਆਨ ਤੇ ਭਗਤ। ਵਿਰਾਗ, ਸੰਸਾਰ ਵੱਲੋਂ ਵਿਰਾਗੀ ਹੋ ਜਾਣਾ, ਸੰਸਾਰ ਦਾ ਮੋਹ ਜਿਹੜਾ ਇਹ ਤਿਆਗ ਦੇਣਾ। ਕਹਿਣਾ ਸੌਖਾ ਹੈ, ਕਰਨਾ ਬੜਾ ਔਖਾ ਹੈ। ਕਈਆਂ ਦੇ ਪਰਿਵਾਰ ਇਸ ਤਰ੍ਹਾਂ ਦੇ ਨੇ, ਜੇ ਉਹਨਾਂ ਦਾ ਕੋਈ ਮੈਂਬਰ 2 ਦਿਨਾਂ ਦੇ ਲਈ ਬਾਹਰ ਚਲਾ ਜਾਵੇ ਤੇ ਮਗਰੋਂ ਜੀਆਂ ਦਾ ਜੀ ਨਹੀਂ ਲੱਗਦਾ, ਉੱਧਰ ਜਾਂਦੇ ਨੇ ਉਹਦੇ ਬਿਨਾਂ। ਇਹ ਮੋਹ ਜਾਲ ਹੈ। ਇਸੇ ਤਰ੍ਹਾਂ ਕਈਆਂ ਦੇ ਮਨ ਦੇ ਵਿੱਚ ਉਦੋਂ ਤੱਕ ਨਾ ਧੀਰ ਜੀ ਨਹੀਂ ਵੱਜਦੀ ਜਦੋਂ ਤੱਕ ਉਹ ਆਪਣੇ ਖੇਤ ਗੇੜੇ ਨਾ ਮਾਰੋ। ਬੱਚੇ ਭਾਵੇਂ ਆਣ ਕੇ ਦੱਸ ਦੇਣ ਨਾ, ਸਭ ਠੀਕ ਹੈ ਬਾਪੂ ਜੀ, ਜੇ ਜਾਣਾ ਤੇ ਜਾਓ, ਵੈਸੇ ਤੁਹਾਡੀ ਲੋੜ ਨਹੀਂ, ਸਭ ਠੀਕ ਠਾਕ ਵਧੀਆ ਹੈ, ਸਾਰਾ ਕੁਝ ਠੀਕ ਚੱਲ ਰਿਹਾ, ਪਰ ਫਿਰ ਵੀ ਅੰਦਰ ਦਾ ਜਿਹੜਾ ਤਿਆਗ ਹੈ ਉਹ ਨਹੀਂ ਹੈਗਾ। ਅੰਦਰੋਂ ਖੇਤ ਦਾ ਮੋਹ ਖਿੱਚ ਲੈਂਦਾ ਤੇ ਫਿਰ ਆਪ ਅੱਖਾਂ ਨਾਲ ਵੇਖ ਕੇ ਜਦੋਂ ਆਉਂਦੇ ਨੇ ਉਦੋਂ ਤਸੱਲੀ ਵੱਜਦੀ ਹੈ। ਇਹ ਮਾਇਆ ਜਾਲ ਹੈ। ਇਸ ਮਾਇਆ ਦੇ ਜਾਲ ਦੇ ਵਿੱਚੋਂ ਨਿਕਲਣ ਦੇ ਲਈ ਚਾਰ ਸਾਧਨ ਨੇ। ਪਹਿਲੇ ਸਾਧਨ ਦਾ ਨਾਮ ਹੈ ਵਿਰਾਗ, ਦੂਜੇ ਸਾਧਨ ਦਾ ਨਾਮ ਹੈ ਜੋਗ, ਤੀਜੇ ਸਾਧਨ ਦਾ ਨਾਮ ਹੈ ਗਿਆਨ ਤੇ ਚੌਥੇ ਸਾਧਨ ਦਾ ਨਾਮ ਹੈ ਭਗਤ, ਭਗਤੀ ਕਰਨੀ। ਵਿਰਾਗ, ਸੰਸਾਰ ਦੇ ਵੱਲੋਂ ਵਿਰਾਗ ਹੋ ਜਾਣਾ ਤੇ ਪਰਮਾਤਮਾ ਦੇ ਨਾਲ ਜੁੜ ਜਾਣਾ। ਪਰਮਾਤਮਾ ਦੇ ਨਾਲ ਜੁੜ ਕੇ ਉਸ ਦੇ ਗਿਆਨ ਨੂੰ ਪ੍ਰਾਪਤ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਦੇ ਨਾਲ ਉਸੇ ਦਾ ਰੂਪ ਹੋ ਜਾਣਾ। ਹੁਣ ਵੇਖਣ ਨੂੰ ਇਹ ਵੇਖੋ ਚਾਰੇ ਵੱਖੋ ਵੱਖਰੇ ਲੱਗਦੇ ਨੇ ਤੇ ਨਾਮ ਵੀ ਵੱਖੋ ਵੱਖਰੇ ਨੇ ਤੇ ਹੈ ਨੇ ਚਾਰ ਪੌੜੀਆਂ। ਸੰਤ ਕਾ ਮਾਰਗ ਧਰਮ ਕੀ ਪੌੜੀ, ਗੁਰਬਾਣੀ ਦੇ ਅੰਦਰ ਪ੍ਰਮਾਣ ਹੁੰਦਾ ਹੈ ਨਾ, ਸੰਤਾਂ ਦਾ ਰਸਤਾ ਜਿਹੜਾ ਉਹ ਧਰਮ ਦੀਆਂ ਪੌੜੀਆਂ ਨੇ ਤੇ ਇਹ ਹੀ ਨੇ ਧਰਮ ਦੀਆਂ ਪੌੜੀਆਂ। ਸੰਸਾਰ ਦੇ ਵੱਲੋਂ ਮੋਹ ਤੋੜ ਲੈਣਾ, ਵਿਰਾਗੀ ਹੋ ਜਾਣਾ, ਪਰਮਾਤਮਾ ਦੇ ਨਾਲ ਜੁੜ ਜਾਣਾ, ਦੂਜੀ ਪੌੜੀ ਆ ਗਈ ਹੈ। ਜੇ ਸੰਸਾਰ ਦੇ ਨਾਲ ਉਹ ਟੁੱਟ ਗਿਆ ਤੇ ਕਿਤੇ ਹੋਰ ਨਹੀਂ ਨਾ ਲੱਗਿਆ ਤੇ ਫਿਰ ਵੀ ਉਹ ਡਿੱਗ ਪਏਗਾ, ਜਿਵੇਂ ਰੁੱਖ ਦੇ ਨਾਲੋਂ ਫਲ ਜਿਹੜਾ ਉਹ ਟੁੱਟ ਕੇ ਥੱਲੇ ਧਰਤੀ 'ਤੇ ਡਿੱਗ ਪੈਂਦਾ ਹੈ। ਸੰਸਾਰ ਦੇ ਨਾਲੋਂ ਟੁੱਟੇਗਾ ਤੇ ਪਰਮਾਤਮਾ ਦੇ ਨਾਲ ਜੁੜਨਾ ਹੈ, ਪਰਮਾਤਮਾ ਦੇ ਨਾਲ ਜੁੜੇਗਾ। ਵਿਰਾਗ, ਜੋਗ, ਜੁੜਨਾ ਵਾਹਿਗੁਰੂ ਦੇ ਨਾਲ। ਗਿਆਨ, ਉਸ ਦੇ ਗਿਆਨ ਨੂੰ ਪ੍ਰਾਪਤ ਕਰਨਾ ਹੈ। ਗਿਆਨ ਤੋਂ ਬਿਨਾਂ ਵਿਸ਼ਵਾਸ ਹੀ ਜਿਹੜਾ ਇਹ ਨਾ ਹੈ, ਇਹਨੂੰ ਅੰਧ ਵਿਸ਼ਵਾਸ ਆਖੀਏ। ਗਿਆਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦੀ ਫਿਰ ਭਗਤੀ ਕਰਨੀ। ਭਗਤੀ ਕਰਦੇ ਹੋਇਆਂ ਫਿਰ ਉਸੇ ਦਾ ਰੂਪ ਹੋ ਜੀਦਾ ਹੈ। ਤੇ ਬਿਨਾਂ ਗਿਆਨ ਤੋਂ ਜਿਹੜਾ ਵਿਸ਼ਵਾਸ ਹੈ ਇਹ ਅੰਧ ਵਿਸ਼ਵਾਸ ਹੈ, ਅੰਨਾ ਵਿਸ਼ਵਾਸ ਹੈ। ਇਹ ਗਿਆਨ ਤੋਂ ਬਿਨਾਂ ਵਿਸ਼ਵਾਸ ਅੰਨਾ ਕਿਵੇਂ ਹੈ, ਇਹ ਵੀ ਥੋੜਾ ਆਪਾਂ ਸਮਝ ਲਈਏ। ਅਸੀਂ ਕਿਸੇ ਤੇ ਵਿਸ਼ਵਾਸ ਕਰ ਲਿਆ, ਭਰੋਸਾ ਕਰ ਲਿਆ। ਘਰ ਦੇ ਵਿੱਚ ਸਾਨੂੰ ਨੌਕਰਾਂ ਦੀ ਲੋੜ ਪੈਂਦੀ ਰਹਿੰਦੀ ਹੈ। ਰਾਜੇ ਮਹਾਰਾਜੇ ਵੀ ਆਪਣੇ ਨਾਲ ਕੁਝ ਇਸ ਤਰ੍ਹਾਂ ਦੇ ਅੰਗ ਰੱਖਿਆ ਕਰਦੇ ਸਨ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਵਿਸ਼ਵਾਸ ਹੁੰਦਾ ਸੀ ਵੀ ਇਹ ਮੈਨੂੰ ਮਰਨ ਨਹੀਂ ਦਿੰਦਾ, ਮੇਰੀ ਰੱਖਿਆ ਕਰੇਗਾ। ਹੁਣ ਵਿਸ਼ਵਾਸ ਜਿਹੜਾ ਜਿਹਦੇ ਤੇ ਵਿਸ਼ਵਾਸ ਕੀਤਾ ਨਾ, ਉਹਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਉਸ ਦਾ ਗਿਆਨ ਨਹੀਂ ਤੇ ਫਿਰ ਵਿਸ਼ਵਾਸ ਅੰਧਾ ਹੈ। ਸ਼ਬਦ ਸੁਣਿਆ ਹੋਣਾ ਆਪ ਜੀ ਨੇ, ਅੰਧ ਵਿਸ਼ਵਾਸ, ਅੰਨਾ ਵਿਸ਼ਵਾਸ। ਅੰਨਾ ਵਿਸ਼ਵਾਸ ਉਦੋਂ ਹੁੰਦਾ ਹੈ ਜਿਹਦੇ ਤੇ ਅਸੀਂ ਵਿਸ਼ਵਾਸ ਕੀਤਾ ਹੈ, ਭਰੋਸਾ ਕੀਤਾ ਹੈ, ਉਹਦਾ ਸਾਨੂੰ ਗਿਆਨ ਨਹੀਂ। ਜੇ ਉਹਦਾ ਗਿਆਨ ਨਹੀਂ ਪਰ ਜਿਹਦੇ ਤੇ ਅਸੀਂ ਭਰੋਸਾ ਕੀਤਾ, ਜੇ ਉਹਨੂੰ ਗਿਆਨ ਹੈ ਨਾ ਤੇ ਫਿਰ ਵੀ ਸਾਡਾ ਵਿਸ਼ਵਾਸ ਹੈ ਜਿਹੜਾ ਉਹ ਸੁਜਾਖਾ ਹੋ ਜਾਏਗਾ। ਅਸੀਂ ਗਿਆਨ ਵਾਲੇ ਦੇ ਨਾਲ ਜੁੜੇ ਹਾਂ, ਗਿਆਨ ਵਾਲੇ ਦੇ ਭਰੋਸਾ ਕੀਤਾ ਤੇ ਸਾਡਾ ਵਿਸ਼ਵਾਸ ਵੀ ਸੁਜਾਖਾ ਹੋ ਜਾਏਗਾ।
जिस ते असी विश्वास किया वो आप अन्ना है, तो असी भी उनके ते अन्ना विश्वास कर लिया, तो फिर अन्ने नूं ते अन्ना ही मिलेगा ना, सजाखा किवें कर देगा। अन्ने नूं अन्ना सजाखा नहीं कर सकता, सजाखा जिहड़ा है वो अन्ने नूं सजाखा कर सकता है। तो इत्थे अन्ना ते सजाखा जिहड़ा ये धन गुरबाणी ने फैसला किया, अंधे ये ना आखें जिन मुख लोइन ना है। गुरु महाराज जी कहते हैं ये अन्ने नहीं है जिन्हां दे मूँह ते नेत्र नहीं है, अन्ने अंधे सही नानका वो अन्ने ने किहड़े जिन्हां दे अंदर प्रभु परमात्मा का ज्ञान नहीं हैगा, जिन्हां दे अंदर वैगुरू का ज्ञान नहीं हैगा, जिन्हां नूं अपने धर्म का ज्ञान नहीं हैगा, वो अन्ने ने, नेत्रां तो खाली ने, जिहड़े सखने ने वो अन्ने नहीं। अन्ने वो ने जिन्हां दे अंदर ज्ञान नहीं हैगा, ज्ञान वाले नेत्र नहीं खुले। हुण असी जिंदे ते भरोसा किया है, जे वो आप ही अन्ना उन्होंने ज्ञान नहीं सोझी नहीं, तो वो सानू अन्नियां नूं सोझी की देवेगा, ज्ञान की देवेगा। उस अन्ने दे नाल जुड़ के असी भी अन्ने हो जावांगे। तां करके ये जिहड़े चार साधन ने, चार पौड़ियां ने धर्म दियां, संत मार्ग दियां, ये विराग, जोग, ज्ञान ते भगत। पहलू मन दे विच विराग आवे कि मैं प्रभु परमात्मा नूं प्राप्त करना है, तो संसार दे अल्लों टुट जाना है। फिर उस वैगुरू दे नाल जुड़ना करे, जिवें संसार दे नाल जुड़े हैं, वे रब दे नाल वैगुरू दे नाल जुड़ जाइए, जुड़ के ज्ञान की प्राप्ति हो जाए। ज्ञान की प्राप्ति करके ते असी उनकी भगती जिहड़ी उनदे नाल उस वैगुरू दे विच अभेद हो सकते हैं। इस तरह का प्रसंग गुर इतिहास दे विच आउंदा है भाई तिलकू जी का। भाई तिलकू जी जिहड़े नगर दे विच रिहा करदे सन, उत्थे एक जोगी रहिंदा हुंदा सी जिंदा नाम सी भाई महेशा जी। ये जोगी महेशा जी सन ना जिहड़े ये शिव जी दे उपासक सन। जोगी वैसे सारे शिव जी दे उपासक ने। जो धन गुरबाणी के अंदर शब्द हुंदा ना, आई पंथी सगल जमाती, आई पंथ, इन्हां दे 12 पंथ ने। मैं ज़्यादा नहीं खुलासा करांगा क्योंकि समय जिहड़ा अपनी चाल दे नाल तुरिया जांदा है। सिर्फ आप जी नूं ये दसना भी इन्हां दे 12 पंथ ने जोगियां दे। इन्हां विचों जिहड़ा आई पंथ है ना, इहनूं सब तो चंगा मन्निया गया है। जिवें सिख संप्रदाइयां दे विच टकसाल दा बड़ा सत्कार है, टकसाल दे विच पढ़े गुरसिख ने जिहड़े इन्हां नूं सत्कारिया जांदा, उवें आई पंथ वालियां नूं ना सत्कारिया जांदा जोगियां दे विच। तो ये पंथ जिहड़ा ये पार्वती के नाल जुड़िया होया, पार्वती तो चलाया गया। आई पंथी सगल जमाती मन जीते जग जीत। आप हर रोज़ पढ़ते हो ना, इन्हां दा 12वां पंथ या एक पंथ है, पहला पंथ है। वैसे इन्हां दे 12 संप्रदाइयां ने। जिवें सिख धर्म दे विच कोई नानकसर वाले ने, निहंग सिंह जथेबंदियां ने, मिशला ने, अगे टकसाल ने, मशीनरी ने, इस तरह ये संप्रदाइयां ने। इन्हों संप्रदाइयां आख्या जाता है। रो विचार हुण भाई महेशा जी सन जिहड़े ये बंदगी करन वास्ते भोरे दे विच गए चले ने। भोरे दे विच जाके इन्होंने अपने प्रभु परमात्मा अपने इष्ट की बंदगी शुरू कर दी है। तो 40 दिन बाद जदों बाहर आए ने ना, इन्हां दे सेवक सन जिहड़े, उन्होंने इन्होंने आख्या भी तुसीं पिंड दे विच ना, उदों भाई इस तरह स्पीकर नहीं सुनवाया करदे, ढंडोरी पटाई जाती सी। एक गल विच ढोल पा लैंदा, वो ढोल खड़का के गलियां च तुरिया फिरदा, ते लोग जिहड़े सन वो घरां चों बाहर आ जांदे, ते फिर उन्होंने पुछदे भी की गल ने। हुण ये ढंडोर चीए जिहड़ा ये गलियां दे विच ढोल वजा रहा, लोग पुछदे ने भी की गल है। कहंदा जी महेशा जी जिहड़े जोगी ने ना, वो बाहर निकले ने भोरे चों, ते उन्होंने कहा भी जिहड़ा साडे दर्शन कर लेगा उन्होंने असीं 1 साल दे लई स्वर्ग दे देंगे। हुण जे मुफ्त दे विच इस तरह स्वर्ग मिलदी होवे ते फिर दसो किंदा जी नहीं करदा भी मैं भज के जाके महेशा जी दे दर्शन करां। पैसा ਜਾਂ कोई 4-5 दाने कणक के किलो कणक जी मत्था टेक के दर्शन ही करने ने, तो स्वर्ग जी 1 साल की नहीं मिलती है। इदू चंगी गल केड़ी है। इसे नगर दे विच भाई तिलकू जी रिहा करदे सन। धन गुरु अर्जन देव जी के गुरसिख सन। ये नहीं गए। सारा नगर है जिहड़ा
कुछ ढंढूर जी ने दस दिता, कुछ लोग भजे जाते कंधा के उत्तों की आवाज़ा मार के, नी भैणा मैं चली आ जा, तू ही आ जा भाई जोगी मेशा जी के दर्शन करिए। गुरमुख प्यारे भी इस तरह कह देते हैं, आओ भाई आप चलीए, मेशा जी बाहर निकले ने तो स्वर्ग मिलती 1 साल ली, तो ले आपू की फर्क पैंदा, जाके दोवें हथ जोड़ के सेरी थले करना, तो आपू 1 साल के 1 साल की स्वर्ग मिलती है मुफ्त के। पर भाई तिलकू जी नहीं आए, क्यों? क्योंकि गुरु ते विश्वास सी, गुरु ते भरोसा सी। भाई तिलकू जी जदों नहीं आए तो जोगी मेशा जी ने पूछे अपने चेलिया भी सारे आ गए ने, उन्होंने आख्या जी एक नहीं आया भाई तिलकू जी, क्योंकि उदों नगर छोटे छोटे होया करते सन, तो सारिਆਂ ਨੂੰ ਆਪਾਂ एक दूजे ਨੂੰ जानिया करते सन। जदों कुछ दसिया गया भी भाई तिलकू जी नहीं आए, तो ये मेशा जोगी ने आख्या भी जे एक ना आया तो मेरी हत्या हो जाएगी, क्योंकि कीमता स्वर्ग मिलनी सी कि नहीं मिलनी सी। कीमता जोगी बाहर निकलिया सी 40 दिन बाद, तो उनका ये इरादा हो भी लोगों को लालच दे दिओ तो अपने को माया का या कणक का दाणिया का ढेर लग जाएगा, तो मौज के नाल 6 महीने खावांगे, 6 महीनों बाद फिर इस तरह का पखंड कर लवांगे, फिर धन बथेरा आ जाएगा, फिर 6 महीने खावांगे। भाई तिलकू जी वाल संदेश भेजा गया, महेशी जोगी वालों भेजा, तेनों 4 साल के लिए असीं स्वर्ग दवा देंगे, तो तू आजा दर्शन कर ला, नगर चों बाहर ना रहे, संगत चों बाहर ना रहे। इन्हें क्या नहीं, मैं अपने गुरु ते भरोसा करदा, मेरे गुरु ने मैनू सचखंड दवानी है, तो मैं तुहाडी स्वर्ग तो की लैना है। दृढ़ता सी, भरोसा सी, विश्वास सी गुरु ते। नहीं आया, रो विचार में गल नूं लमकावा ना, अखीर मेशा जोगी ना मजबूर हो गया भी चलो जाके वेखो तो सही, इस तरह का किहड़ा सिख है जिहड़ा इतना लालच दे तो भी नहीं आता। क्योंकि धन गुरु अमरदास जी सच्चे सतगुरु के समय गोइंदवाल साहब एक इस तरह का ही साध रहिंदा सी, ते गुरु महाराज जी सच्चे सतगुरु ने लंगर खोलिया, ते नाल एक मोहर जिहड़ी प्रशादा छकण वालियां नूं ओह वंडणी शुरू कर दी। ये साधु नहीं सी आया। फिर गुरु महाराज जी ने जदों 5 मोहरां आखियां, तो ये साधु ने शर्म के मारे ने आप ते ना आउणा कीता, ते अपने पुत्र नूं लिया के संगत दे विच बिठा दिता भी सोने दीयां 5 मोहरां ने, ते तूं लैया, तूं तां ना सखना रहो, लालच आ गया ना अंदर। ये जोगी मेशा जी हैरान होया भी चलो जाके इस तरह के गुरसिख के दर्शन तो करिए, उन्होंने वेखिए तो सही, जेड़ा इतनी दृढ़ता वाला, इतना लालच दिते तो भी जेड़ा नहीं हिल रहा। तो कहते ने भाई तिलकू जी ने ना अंदरों कुंडा ला लिया, जदों उन्हें पता लग्या भी जोगी आ रहा है, इन्हें कुंडा अंदरों ला लिया भी मैं इनके दर्शन नहीं करने, इन्हूं वेखना ही नहीं। इन्हें आन के कुंडा खड़काया, भाई तिलकू कुंडा खोल, दरवाजा खोल। भाई तिलकू कहता नहीं, तेरे लिए मैं नहीं दरवाजा खोलना, मैं तेनों वेखना ही नहीं, तेरे दर्शन ही नहीं करने, मैं तो आपदे गुरु के दर्शन करदा, गुरु ते भरोसा, गुरु ते विश्वास है मैनू। ये कहता मैं तेनों दर्शन देन नहीं आया, तेरे दर्शन करने वास्ते आया। हुण वेखो, जिंदे दर्शन सारा पिंड कर रहा है, तो लोगों को इन्हें लालच दिता भी आओ तुहानूं मैं साल के लिए 4 सालों के लिए स्वर्ग देना, तो भाई तिलकू के दर्शन करने वास्ते वो जोगी आया जी, जिनका नाम भाई मेशा। तो ये फिर गुरु अर्जन देव जी सच्चे सतगुर का सिख बन गया सी जोगी मेशा जी। तो गुरु महाराज जी ने फिर इनका भी बेड़ा पार किया सी। हुण अज दे जिहड़े पावन शब्द ने गुरु अंगद देव जी के, इन्हां दा जिहड़ा अंतरीव अर्थ है ना, वो यही है कि सह कोई कोई मंझ नमानी एक तू। भाई किसी का जोगी है, किसी का कोई है, किसी का कोई है, तो साडा ते तू एक है। असी तेरे एक दे नाल ही जुड़े हाँ, तो एक दे नाल जिहड़ा जुड़ना है ना, ये भाई तिलकू की तरह जिहड़ा जुड़ना है, ये तो सफल है। तो जे भाई असी इस तरह जुड़े हाँ, दास ने वेखे है गात्रे साहब भी पाए होंदे आ, ते एक ना मैनू ज़्यादा उसकी नॉलेज नहीं, छप्पड़ ते जाके पूजा करदियां ने माइयां, तो
ਤੇ ਫਿਰ ਉਹ ਛੱਪੜ ਦਾ ਜਿਹੜਾ ਗੰਦਾ ਪਾਣੀ ਹੈ ਨਾ ਉਹ ਡੋਲੂ 'ਚ ਪਾ ਕੇ ਲੈ ਆਉਂਦੀਆਂ ਨੇ ਤੇ ਘਰ ਦੇ ਵਿੱਚ ਲਿਆ ਕੇ ਉਸ ਪਾਣੀ ਦੇ ਛਿੱਟੇ ਮਾਰਦੀਆਂ ਨੇ। ਇਹ ਮੈਂ ਇੱਕ ਅੰਮ੍ਰਿਤਧਾਰੀ ਮਾਈ ਨੂੰ ਵੇਖਿਆ ਸੀ ਇਸ ਤਰ੍ਹਾਂ ਕਰਦੀ ਨੂੰ। ਪਿੰਡ ਅਕਲੀਏ ਦੀ ਗੱਲ ਹੈ। ਇਸ ਤਰ੍ਹਾਂ ਦਾ ਕੋਈ ਤਿਉਹਾਰ ਸੀ, ਕੋਈ ਇਸ ਤਰ੍ਹਾਂ ਦਾ ਇਹਨਾਂ ਦਾ ਪੂਜਣ ਵਾਲਾ ਦਿਨ ਹੋਏਗਾ ਤੇ ਉਹਦੇ ਗਾਤਰਾ ਸਾਹਿਬ ਪਾਇਆ ਤੇ ਉਹ ਆਮ ਔਰਤਾਂ ਦੇ ਨਾਲ ਤੁਰੀ ਗਈ ਤੇ ਉੱਥੇ ਜਾ ਕੇ ਛੱਪੜ ਦੇ ਵਿੱਚ ਉਹਨੇ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਆਟੇ ਦੇ ਕੋਈ ਸੱਪ ਵਗੈਰਾ ਬਣਾ ਕੇ ਪੂਜਾ ਕੀਤੀ ਉਹਨੇ ਵੀ ਕਰ ਲਈ। ਡੋਲੂ ਜਿਹੜਾ ਸੀ ਉਹਨਾਂ ਨੇ ਪਾਣੀ ਦਾ ਭਰਿਆ, ਉਹਨੇ ਵੀ ਭਰ ਲਿਆ ਤੇ ਉਹ ਆਪਣੇ ਘਰੇ ਜਾ ਕੇ ਉਹ ਗੰਦੇ ਪਾਣੀ ਦੇ ਛਿੱਟੇ ਵੀ ਉਹਨੇ ਮਾਰ ਦਿੱਤੇ ਤੇ ਮੇਰੇ ਤੋਂ ਨਾ ਰਿਹਾ ਗਿਆ। ਮੈਂ ਜਾ ਕੇ ਉਹਨੂੰ ਪੁੱਛਿਆ, ਭਈ ਤੂੰ ਹੈਗੀ ਤਾਂ ਗੁਰੂ ਦੇ ਲੜ ਲੱਗੀ ਏ ਤੇ ਆਹ ਕਿਉਂ ਕੀਤਾ? ਕਹਿੰਦੀ ਬਾਬਾ ਜੀ ਇਹਦੇ ਨਾਲ ਨਾ ਘਰ ਦੇ ਵਿੱਚ ਤੇ ਖੇਤਾਂ ਦੇ ਵਿੱਚ ਸੱਪ ਸੁੱਪ ਨਹੀਂ ਆਉਂਦੇ। ਮੈਂ ਕਿਹਾ ਫਿਰ ਤੈਨੂੰ ਗੁਰੂ ਤੇ ਭਰੋਸਾ ਹੀ ਨਹੀਂ, ਤੈਨੂੰ ਗੁਰੂ ਤੇ ਵਿਸ਼ਵਾਸ ਹੀ ਨਹੀਂ, ਤੈਨੂੰ ਇਸ ਦੇ ਉੱਤੇ ਵਿਸ਼ਵਾਸ ਹੈ ਤੇ ਤੇਰੀ ਹਾਲਤ ਹੈ ਨਾ ਜਿਹੜੀ ਉਹ ਹੈ ਜਿਵੇਂ ਇੱਕ ਔਰਤ ਆਪਣੇ ਆਪ ਨੂੰ ਇਹ ਆਖੇ ਹੈਗੀ ਮੈਂ ਪਤੀ ਵਰਤਾਂ, ਪਰ ਆਪਣਾ ਘਰ ਛੱਡ ਕੇ ਦੂਜੇ ਪਤੀ ਦੇ ਘਰੇ ਚਲੀ ਜਾਵੇ ਤੇ ਫਿਰ ਉਹ ਆਖੇ ਵੀ ਮੈਂ ਪਤੀ ਵਰਤਾਂ ਤੇ ਫਿਰ ਉਹਨੂੰ ਆਪਣੇ ਪਤੀ ਤੇ ਭਰੋਸਾ ਜਾਂ ਵਿਸ਼ਵਾਸ ਨਹੀਂ। ਜਿਵੇਂ ਬੀਬੀ ਰਜਨੀ ਨੂੰ ਆਪਣੇ ਪਤੀ ਤੇ ਵਿਸ਼ਵਾਸ ਸੀ ਤੇ ਗੁਰੂ ਨੇ ਕਿਰਪਾ ਕੀਤੀ, ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਉਹਦੇ ਪਤੀ ਦਾ ਜਿਹੜਾ ਕੋੜ ਸੀ ਨਾ ਉਹ ਵੀ ਠੀਕ ਹੋ ਗਿਆ। ਜੇ ਥੋੜਾ ਢੰਗਾਈ ਦੇ ਨਾਲ ਵੇਖੀਏ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਜਿਹੜਾ ਨਾਤਾ ਹੈ ਨਾ ਇਹ ਪਤੀ ਤੇ ਪਤਨੀ ਵਰਗਾ ਹੈ। ਜਿਵੇਂ ਪਤਨੀ ਆਪਣੇ ਪਤੀ ਦੇ ਘਰ ਤੋਂ ਬਾਹਰ ਨਹੀਂ ਨਾ ਜਾ ਸਕਦੀ, ਉਵੇਂ ਗੁਰੂ ਦਾ ਸਿੱਖ ਵੀ ਆਪਣੇ ਗੁਰੂ ਦੀ ਮਰਿਆਦਾ ਤੋਂ ਬਾਹਰ ਨਹੀਂ ਜਾ ਸਕਦਾ। ਜੋ ਗੁਰੂ ਦੀ ਮਰਿਆਦਾ ਤੋਂ ਬਾਹਰ ਜਾਂਦਾ ਹੈ ਨਾ ਫਿਰ ਉਹ ਗੁਰਸਿੱਖ ਅਖਵਾਉਣ ਦੇ ਯੋਗ ਹੀ ਨਹੀਂ, ਤੇ ਜੋ ਗੁਰੂ ਦੀ ਮਰਿਆਦਾ ਦੇ ਵਿੱਚ ਰਹਿੰਦਾ ਹੈ ਤੇ ਫਿਰ ਉਹ ਗੁਰਸਿੱਖ ਅਖਵਾਉਣ ਦੇ ਯੋਗ ਹੈ, ਉਹਨੂੰ ਆਪਾਂ ਗੁਰਸਿੱਖ ਆਖ ਸਕਦੇ ਹਾਂ। ਹੁਣ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੇ ਸਾਨੂੰ ਇਹ ਸ਼ਬਦ ਦੇ ਵਿੱਚ ਇਹੀ ਦੱਸਿਆ ਹੈ ਵੀ ਗੁਰਮੁਖ ਪਿਆਰਿਓ, ਗੁਰੂ ਤੇ ਭਰੋਸਾ ਜਿਹੜਾ, ਗੁਰੂ ਤੇ ਵਿਸ਼ਵਾਸ ਹੈ ਜਿਹੜਾ ਉਹ ਇਸ ਤਰ੍ਹਾਂ ਪੱਕਾ ਹੋਣਾ ਚਾਹੀਦਾ ਹੈ ਜਿਵੇਂ ਭਾਈ ਤਿਲਕੂ ਜੀ ਦਾ ਪੱਕਾ ਹੈ। ਤੇ ਇਸ ਦੇ ਲਈ ਗੁਰੂ ਅੰਗਦ ਦੇਵ ਜੀ ਪਾਵਨ ਸ਼ਬਦ ਦੇ ਵਿੱਚ ਰਚਨਾ ਕਰ ਰਹੇ ਨੇ, ਕਿਸ ਹੈ ਕੋਈ ਹੋਏ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ, ਮੰਝ ਨਮਾਣੀ। ਤੋਂ ਮੰਝ ਦਾ ਅਰਥ ਹੁੰਦਾ ਮੇਰਾ। ਇਹ ਹਿਮਾਚਲ ਦੀ ਬੋਲੀ ਹੈ। ਆਪਾਂ ਕਹਿੰਦੇ ਹਾਂ ਨਾ ਮੈਨੂੰ ਕੀ ਮਿਲੇਗਾ, ਉਹ ਕਹਿੰਦੇ ਨੇ ਮੰਜੂ ਕੀ ਲੱਗੇਗਾ, ਵੀ ਸਾਨੂੰ ਕੀ ਨਫਾ ਇਹਦੇ 'ਚ, ਸਾਨੂੰ ਕੀ ਫਾਇਦਾ। ਬੋਲੀਆਂ ਨੇ ਅੱਡ ਅੱਡ ਗੁਰਬਾਣੀ ਦੇ ਅੰਦਰ ਬੇਅੰਤ ਬੋਲੀਆਂ ਦੀ ਵਰਤੋਂ ਕੀਤੀ ਗਈ ਹੈ। ਕਈਆਂ ਥਾਵਾਂ 'ਤੇ ਪੂਰਾ ਸ਼ਬਦ ਹੀ ਹੈ ਨਾ ਜਿਹੜਾ ਉਹ ਵਖਰੇਵੇਂ ਵਾਲੀ ਬੋਲੀ ਦੇ ਵਿੱਚ, ਤੇ ਕਈਆਂ ਥਾਵਾਂ 'ਤੇ ਨਾ ਸ਼ਬਦ ਜਿਹੜਾ ਉਹ ਪੰਜਾਬੀ ਦੇ ਵਿੱਚ ਹੁੰਦਾ ਹੈ, ਗੁਰਮੁਖੀ ਦੇ ਵਿੱਚ ਹੁੰਦਾ ਹੈ। ਉਹਦੇ ਵਿੱਚ ਸ਼ਬਦ ਨੇ ਜਿਹੜੇ ਉਹ ਕਿਸੇ ਹੋਰ ਬੋਲੀ ਦੇ ਇੱਕ ਦੋ ਵਰਤੋਂ ਦੇ ਵਿੱਚ ਲਿਆਂਦੇ ਗਏ ਨੇ। ਇਹ ਸ਼ਬਦ ਜਿਹੜਾ ਇਹ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਕਿਸ ਹੈ ਕੋਈ ਕੋਏ, ਮੰਝ ਨਮਾਣੀ ਇੱਕ ਤੂੰ ਇਹ ਵਾਹਿਗੁਰੂ। ਕਿਸੇ ਦਾ ਕੋਈ ਹੋਵੇਗਾ ਕਿਸੇ ਦਾ ਕੋਈ ਹੋਵੇਗਾ, ਕੋਈ ਦੇਵੀ ਨੂੰ ਮੰਨਦਾ ਕੋਈ ਦੇਵਤੇ ਨੂੰ ਮੰਨਦਾ ਹੈ। ਇਹ ਸੱਚੇ ਸਤਿਗੁਰ ਜੀ ਸਾਡਾ ਤਾਂ ਇੱਕ ਤੂੰ ਹੀ ਹੈ ਜੀ। ਕਿਉ ਨਾ ਮਰੀਜੈ ਰੋਏ ਜਾ ਲਗ ਚਿਤ ਨ ਆਵਹੀ। ਹੁਣ ਗਉ ਦੇ ਨਾਲ ਆਪਾਂ ਸਮਝਣਾ ਅਗਲੀ ਤੁਕ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇਹ ਦੱਸਦੇ ਨੇ ਵੀ ਜੇ ਅਸੀਂ ਪ੍ਰਭੂ ਪਰਮਾਤਮਾ ਦੇ ਉੱਤੇ ਵਿਸ਼ਵਾਸ ਕੀਤਾ ਨਾ, ਭਰੋਸਾ ਕੀਤਾ ਹੈ ਤੇ ਕੋਈ ਉਸ ਰੱਬ ਤੇ ਅਸੀਂ ਆਸਾਨ ਨਹੀਂ ਕੀਤਾ। ਕਿਤੇ ਇਸ ਤਰ੍ਹਾਂ ਅਸੀਂ ਆਸਾਨ ਕਰਕੇ ਨਾ ਬਹਿ ਜਾਈਏ ਵੀ ਅਸੀਂ ਤੇਰੇ ਤੇ ਭਰੋਸਾ ਕੀਤਾ ਏ ਤੇ ਹੁਣ ਭਾਈ ਤੂੰ ਸਾਡਾ ਹਰ ਕੰਮ ਕਰ। ਨਹੀਂ, ਇਸ ਤਰ੍ਹਾਂ ਨਹੀਂ। ਕਿਉਂ ਨਾ ਮਰੀਜੇ ਰੋਏ, ਇੱਥੇ ਤਾਂ ਰੋਣਾ ਪਏਗਾ। ਕਾਹਦੇ ਲਈ? ਜਾ ਲਗ ਚੇਤਨ ਆਵੇ, ਜਦੋਂ ਤੱਕ ਉਹ ਸਾਨੂੰ ਪ੍ਰਵਾਨ ਨਹੀਂ ਦੇ ਕਰਦਾ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਾਂਗਾ ਤਾਂ ਕਿ ਆਪ ਜੀ ਨੂੰ ਗੱਲ ਦੀ ਸਮਝ ਆ ਜਾਵੇ। ਗੁਰਬਾਣੀ ਨੂੰ ਜਿਹੜਾ ਸਮਝਣਾ ਹੈ ਇਹ ਇੱਕ ਇਸ ਤਰ੍ਹਾਂ ਦਾ ਹੈ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰਾਤਰੀ ਨੂੰ ਆਪਾਂ ਸਾਰੇ ਜਾਣੇ ਮੰਜਿਆਂ ਤੇ ਪਏ ਹੁੰਦੇ ਸੀ ਤੇ ਥੋੜਾ ਮਨੋਰੰਜਨ ਕਰਨ ਦੇ ਲਈ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਲੈ ਕੇ ਆਉਣ ਦੇ ਲਈ ਬੁਝਾਰਤਾਂ ਪਾਇਆ ਕਰਦੇ ਸਾਂ। ਤੇ ਬੁਝਾਰਤ ਇੱਕ ਜਣਾ ਪਾਇਆ ਕਰਦੇ ਸੀ ਤੇ ਦੂਜੇ ਸਾਰੇ ਬੁਝਿਆ ਕਰਦੇ ਸੀ। ਸ਼ਬਦ ਹੁੰਦਾ ਨਾ ਮੁਦਾਮਣੀ, ਮਹੱਲਾ ਪੰਜਵਾ, ਥਾਲ ਵਿੱਚ ਤੈਨੂੰ। ਇਹ ਮੁਦਾਮਣੀ ਦਾ ਅਰਥ ਬੁਝਾਰਤ ਹੁੰਦਾ ਜੇ। ਕਿਸੇ ਬੋਲੀ ਦੇ ਵਿੱਚ ਬੁਝਾਰਤ ਨੂੰ ਮੁਦਾਮਣੀ ਆਖਦੇ ਨੇ। ਤੇ ਗੁਰੂ ਮਹਾਰਾਜ ਜੀ ਨੇ ਬੁਝਾਰਤ ਪਾਈ ਹੈ। ਕਿਹੜੀ ਬੁਝਾਰਤ ਪਾਈ ਹੈ? ਥਾਲ ਵਿੱਚ ਤੈਨੂੰ ਵਸਤੂ ਪਈਓ। ਤਿੰਨ ਚੀਜ਼ਾਂ ਨੇ ਥਾਲ ਦੇ ਵਿੱਚ ਪਾਈਆਂ ਹੋਈਆਂ ਨੇ। ਕਿਹੜੀਆਂ ਕਿਹੜੀਆਂ? ਸਤ, ਸੰਤੋਖ, ਵਿਚਾਰੋ। ਇੱਕ ਸੱਚ, ਇੱਕ ਸੰਤੋਖ ਤੇ ਇੱਕ ਵਿਚਾਰ। ਸਤ, ਸੰਤੋਖ,
ਤੇ ਇੱਕ ਵਿਚਾਰ। ਹੁਣ ਗੁਰੂ ਜੀ ਨੂੰ ਪੁੱਛ ਨਾ ਕਰੀਏ ਵੀ ਸੱਚੇ ਸਤਿਗੁਰ ਥਾਲ ਕਿਹੜਾ ਦਿੱਤਾ ਹੈ। ਥਾਲ ਤੋਂ ਬਿਨਾਂ ਵੇਖੋ ਚੀਜ਼ ਜਿਹੜੀ ਇਹ ਪਰੋਸੀ ਨਹੀਂ ਜਾਂਦੀ। ਜਦੋਂ ਵੀ ਕੁਝ ਪਰੋਸਿਆ ਜਾਂਦਾ ਹੈ ਨਾ, ਉਹ ਥਾਲ ਦੇ ਵਿੱਚ ਪਰੋਸਿਆ ਜਾਂਦਾ ਹੈ। ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਗੁਰਬਾਣੀ ਸਾਨੂੰ ਜਿਹੜੀ ਹੈ ਨਾ, ਇਹ ਥਾਲ ਪਰੋਸ ਕੇ ਦਿੱਤਾ। ਇਹਦੇ ਵਿੱਚ ਸੱਚ ਵੀ ਹੈ, ਸੰਤੋਖ ਵੀ ਹੈ, ਤੇ ਵਿਚਾਰ ਦਾ ਅਰਥ ਗਿਆਨ ਹੈ, ਗਿਆਨ ਵੀ ਹੈ। ਮਨੁੱਖ ਦੇ ਪਾਸ ਸੱਚ ਹੋਵੇ, ਸੰਤੋਖ ਹੋਵੇ ਤੇ ਗਿਆਨ ਹੋਵੇ, ਤੇ ਉਹਨੂੰ ਅਸੀਂ ਅਵਤਾਰ ਜਾਂ ਦੇਵਤਾ ਆਖ ਸਕਦੇ ਹਾਂ। ਇਹ ਤਿੰਨ ਦਾਤਾਂ ਨੇ ਜਿਹੜੇ ਗੁਰਸਿੱਖ ਦੇ ਪਾਸ ਇਹ ਤਿੰਨ ਦਾਤਾਂ ਆ ਗਈਆਂ ਨਾ। ਇੱਕ ਤਾਂ ਉਹ ਸੱਚ ਤੇ ਖੁੱਲ੍ਹ ਗਿਆ। ਇਹ ਨਹੀਂ ਵੀ ਪੈਰ ਪੈਰ ਤੇ ਝੂਠ ਬੋਲੀ ਜਾਂਦਾ, ਇਹ ਨਹੀਂ। ਸੰਤੋਖ, ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁਝ ਹੈਗਾ ਉਹਦੇ ਵਿੱਚ ਸਬਰ ਰੱਖਣਾ, ਇਸ ਦਾ ਨਾਮ ਸੰਤੋਖ ਹੈ। ਇਹਦਾ ਮਤਲਬ ਕੋਈ ਗਰੀਬੀ ਜਾਂ ਅਮੀਰੀ ਦੇ ਨਾਲ ਨਹੀਂ, ਨਾ ਹੀ ਪਦਾਰਥਾਂ ਦੇ ਨਾਲ ਨਹੀਂ। ਜੇ ਇੱਕ ਚੀਜ਼ ਹੈ ਨਾ, ਉਸ ਇੱਕ ਚੀਜ਼ ਦੇ ਨਾਲ ਹੀ ਆਪਣੇ ਮਨ ਨੂੰ ਸਮਝਾ ਕੇ ਸਬਰ ਕਰ ਲੈਣਾ ਹੈ। ਕਿਸੇ ਦੂਜੇ ਦੇ ਪਾਸ ਚਾਰ ਚੀਜ਼ਾਂ ਵੇਖ ਕੇ ਮਨ ਦੇ ਵਿੱਚ ਇਹ ਨਹੀਂ ਖਿਆਲ ਲੈ ਕੇ ਆਉਣਾ ਵੀ ਇਹਦੇ ਕੋਲ ਚਾਰ ਨੇ। ਜੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਨਾ ਵੀ ਇਹਦੇ ਕੋਲ ਚਾਰ ਨੇ ਤੇ ਮੇਰੇ ਕੋਲ ਇੱਕ ਨੇ, ਤੇ ਹੁਣ ਉਹ ਚਾਰ ਪਤਾ ਨਹੀਂ ਉਹਨੇ ਕਿਹੜੀ ਬੇਈਮਾਨੀ ਨਾਲ ਇਕੱਠੀਆਂ ਕੀਤੀਆਂ ਨੇ, ਫਿਰ ਉਸ ਬੇਈਮਾਨੀ ਦੇ ਨਾਲ ਅਸੀਂ ਵੀ ਹੱਕਦਾਰ ਹੋ ਗਏ ਆ। ਇਹ ਬੜੀ ਡੂੰਘਾਈ ਵਾਲੀ ਇਹ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਨਾ, ਖੰਡਿਓ ਤਿੱਖੀ ਵਾਲੋ ਨਿੱਕੀ। ਇੱਥੇ ਕੋਈ ਖੰਡਾ ਨਹੀਂ ਹੈਗਾ ਤੇ ਨਾ ਹੀ ਕੋਈ ਵਾਲ ਹੈ। ਗੁਰੂ ਜੀ ਨੇ ਇੱਥੇ ਸਾਨੂੰ ਇਹ ਸਮਝਾਇਆ, ਇਹਦੇ ਤੇ ਤੁਰਨਾ ਇਸ ਤਰ੍ਹਾਂ ਜਿਵੇਂ ਖੰਡੇ ਦੀ ਧਾਰ ਤੇ ਤੁਰਨਾ ਹੈ। ਖੰਡਾ ਹੁਣ ਤਿੱਖਾ ਹੈ ਨਾ, ਪੈਰ ਰੱਖਾਂਗੇ ਤੇ ਵੱਜੇਗਾ, ਤੇ ਵਾਲ ਦੇ ਨਾਲੋਂ ਵੀ ਬਰੀਕ ਹੈ। ਇਤਨਾ ਤੰਗ ਰਸਤਾ, ਇਸੇ ਕਰਕੇ ਤੰਗ। ਜੇ ਕਿਸੇ ਕੋਲ ਚਾਰ ਹੈ ਨਾ, ਉਹ ਚਾਰ ਵੇਖ ਕੇ ਮੇਰੇ ਮਨ ਦੇ ਵਿੱਚ ਬੇਈਮਾਨੀ ਆ ਗਈ ਨਾ ਵੀ ਇਹਦੇ ਕੋਲ ਚਾਰ ਨੇ ਤੇ ਮੇਰੇ ਕੋਲ ਇੱਕ ਹੈ, ਤੇ ਇੱਕ ਤਾਂ ਮੇਰੇ ਅੰਦਰ ਦਾ ਜਿਹੜਾ ਵਿਸ਼ਵਾਸ ਹੈ, ਭਰੋਸਾ ਹੈ ਨਾ, ਉਹ ਟੁੱਟ ਗਿਆ। ਕਿਉਂ ਟੁੱਟ ਗਿਆ? ਮੈਂ ਰੱਬ ਨੂੰ ਬੇਈਮਾਨ ਸਿੱਧ ਕਰ ਦਿੱਤਾ ਵੀ ਰੱਬਾ ਤੂੰ ਤਾਂ ਬੇਈਮਾਨ ਹੈ, ਤੂੰ ਤਾਂ ਇਨਸਾਫ ਨਹੀਂ ਕਰਦਾ, ਤੈਨੂੰ ਵਰਤਾਨਾ ਨਹੀਂ ਆਉਂਦਾ, ਇਹਨੂੰ ਤੂੰ ਚਾਰ ਦਿੱਤੀਆਂ ਨੇ ਤੇ ਮੈਨੂੰ ਇੱਕ ਦਿੱਤੀ ਹੈ। ਨਹੀਂ, ਉਹਦੇ ਪਾਸ ਜਿਹੜੀਆਂ ਚਾਰ ਨੇ ਉਹ ਕੀਤਾ ਉਹਨੇ ਕਿਹੜੀਆਂ ਕਰਤੂਤਾਂ ਦੇ ਨਾਲ ਇਕੱਠੀਆਂ ਕੀਤੀਆਂ ਨੇ। ਅਸੀਂ ਮਨ ਨਹੀਂ ਲਲਚਾਣਾ, ਅਸੀਂ ਆਪਣੀ ਇੱਕ ਤੇ ਖੁਸ਼ ਰਹਿਣਾ ਹੈ, ਕਿਉਂਕਿ ਸਾਡੀ ਹੈ ਤਾਂ ਉਹ ਦਸਾਂ ਨੌਵਾਂ ਦੀ ਆ। ਅਸੀਂ ਦਸਾਂ ਨੌਵਾਂ ਦੀ ਕਿਰਤ ਕਰਕੇ ਉਸ ਨੂੰ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਅਸੀਂ ਸੰਤੋਖ ਰੱਖਣਾ। ਇਹਦਾ ਨਾਮ ਹੈ ਸੰਤੋਖ, ਸਤ ਸੰਤੋਖ। ਤੇ ਵਿਚਾਰ ਦਾ ਅਰਥ ਹੈ ਗਿਆਨ, ਤੇ ਗੁਰਬਾਣੀ ਦੇ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ ਸੱਚੇ ਸਤਿਗੁਰ ਨੇ। ਸੋ ਜਿਵੇਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਬੁਝਾਰਤਾਂ ਪਾਇਆ ਕਰਦੇ ਸਾਂ, ਉਵੇਂ ਇਹ ਗੁਰਬਾਣੀ ਬੁਝਾਰਤਾਂ ਹੈ। ਜਿਹਨੂੰ ਬੁਝਾਰਤ ਬੁੱਝਣੀ ਆ ਗਈ ਉਹਨੂੰ ਗੁਰਬਾਣੀ ਦਾ ਗਿਆਨ ਆ ਗਿਆ, ਤੇ ਜਿਹਨੂੰ ਨਹੀਂ ਬੁੱਝਣੀ ਆਈ ਨਾ, ਉਹਨੂੰ ਫਿਰ ਗੁਰਬਾਣੀ ਦੇ ਅਰਥ ਨਹੀਂ ਕਰਨੇ ਆਉਣਗੇ, ਉਹਨੂੰ ਗੁਰਬਾਣੀ ਦੀ ਸਮਝ ਨਹੀਂ ਆਏਗੀ। ਕਿਉਂ ਨਾ ਮਰੀਜੇ ਰੋਏ ਜਾ ਲਗ ਚੇਤਨਾ। ਆ ਵੀ ਜੇ ਆਪਾਂ ਅੱਖਰੀ ਅਰਥ ਕਰਦੇ ਹਾਂ ਨਾ, ਫਿਰ ਮਰੀਜੇ ਦਾ ਅਰਥ ਹੁੰਦਾ ਮਰ ਜਾਣਾ, ਤੇ ਰੋਏ ਦਾ ਅਰਥ ਹੁੰਦਾ ਰੋ ਰੋ ਕੇ ਅਸੀਂ ਮਰ ਕਿਉਂ ਨਾ ਜਾਈਏ ਜਦੋਂ ਤੱਕ ਸਾਡੇ ਚਿੱਤ ਦੇ ਵਿੱਚ ਨਹੀਂ ਹੁੰਦਾ। ਪਰ ਇਹਦਾ ਜਿਹੜਾ ਅੰਤਰੀਵ ਅਰਥ ਹੈ ਗੁਰੂ ਜੀ ਜੇ ਦੱਸਣਾ ਚਾਹੁੰਦੇ ਨੇ ਨਾ, ਉਹ ਇਹ ਦੱਸਦੇ ਨੇ ਵੀ ਜਦੋਂ ਅਸੀਂ ਇੱਕ ਤੇ ਭਰੋਸਾ ਰੱਖ ਲਿਆ ਨਾ, ਫਿਰ ਅਸੀਂ ਉਹਨੂੰ ਇੱਕ ਨੂੰ ਇਹ ਨਹੀਂ ਕਹਿ ਸਕਦੇ ਵੀ ਹੇ ਸੱਚੇ ਸਤਿਗੁਰ ਤੂੰ ਸਾਡਾ ਆ ਵੀ ਕਰ ਤੇ ਆ ਵੀ ਕਰ, ਤੇ ਅਸੀਂ ਤੇਰੇ ਤੇ ਭਰੋਸਾ ਰੱਖਿਆ, ਤੇਰੇ ਹੋ ਗਏ ਆ। ਇਸ ਬੰਦੇ ਤੇ ਕੋਈ ਆਸਾਨ ਨਹੀਂ ਕੀਤਾ। ਆਸਾਨ ਕਿਉਂ ਨਹੀਂ ਕੀਤਾ? ਅਸੀਂ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਉਹਦੀ ਕੰਨੀ ਪਕੜੀਏ, ਤੇ ਅਸੀਂ ਉਸ ਦੇ ਆਸਾਨ ਬਾਤਾਂ ਜਿਨ੍ਹਾਂ ਸਾਨੂੰ ਇਸ ਦੇ ਸਮਰੱਥ ਬਣਾ ਦਿੱਤਾ ਵੀ ਅਸੀਂ ਉਹਦੀ ਕੰਨੀ ਪਕੜ ਜੋਗੇ ਹੋ ਗਏ ਆ। ਜੇ ਕੰਨੀ ਨਾ ਬਣਾਉਂਦਾ ਤੇ ਫਿਰ ਕੀ ਕਰ ਲੈਂਦੇ? ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਏਕ ਵੀ ਹਿਰ ਲੈ। ਇਹ ਪ੍ਰਾਣੀ ਜਿਹੜੀ ਇੱਕ ਚੀਜ਼ ਦੇ ਲਈ ਤੂੰ ਬੇਈਮਾਨੀ ਕਰਦਾ ਨਾ, ਇੱਕ ਵੀ ਨਾ ਦੇ 10 ਵੀ ਹਿਰ ਲੈ। ਤੇ ਉਹ ਇੱਕ ਚੀਜ਼ ਜਿਹੜੀ ਉਹ ਵੀ ਤੇਰੇ ਤੋਂ ਖੋਹ ਲਵੇ, ਤੇ 10 ਜਿਹੜੀਆਂ ਹੋਰ ਦਿੱਤੀਆਂ ਨੇ ਉਹ ਵੀ ਖੋਹ ਲਵੇ, ਤੇ ਫਿਰ ਤੂੰ ਕੀ ਕਰ ਲੇਗਾ? ਇੱਕ ਬਸਤ ਕਾਰਨ ਵਿਖੋਟ ਗਵਾਵੇ। ਤੂੰ ਇੱਕ ਚੀਜ਼ ਦੇ ਲਈ ਬੇਈਮਾਨ ਹੋ ਗਿਆ ਹੈ। ਇੱਕ ਵੀ ਨਾ ਦੇ 10 ਵੀ ਹਿਰ ਲੈ। ਜਿਹੜੀਆਂ ਤੇਰੇ ਨੂੰ 10 ਦਿੱਤੀਆਂ ਨੇ, ਜੇ ਉਹਨੇ ਉਹ ਵੀ ਖੋਹ ਲਈਆਂ, ਤੇ ਜਿਹੜੀ ਇੱਕ ਦੇ ਲਈ ਤੂੰ ਬੇਈਮਾਨ ਹੋ ਗਿਆ ਤੇ ਉਹ ਵੀ ਖੋਲੀ, ਤੇ ਫਿਰ ਤੂੰ ਕੀ ਕਰ ਲੇਗਾ? ਕਰ ਕੀ ਲਵਾਂਗੇ? ਕੁਝ ਨਹੀਂ ਕਰ ਸਕਦੇ। ਅਰਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ, ਬੜੇ ਬੜੇ ਅਮੀਰ ਹੁੰਦੇ ਨੇ, ਕੰਗਾਲ ਹੋ ਜਾਂਦੇ ਨੇ। ਸੁਲਤਾਨਾ ਘਾਉ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਉਹ ਫਿਰ ਆਣ ਕੇ ਅਰਦਾਸਾਂ ਵੀ ਕਰਦੇ ਨੇ ਇਸ ਦਰ ਤੇ, ਪਰ ਖੈਰ ਨਹੀਂ ਪਾਉਂਦਾ। ਕਹਿੰਦਾ ਨਹੀਂ ਪਾਣੀ, ਤੈਨੂੰ ਕੰਗਾਲ ਕੀਤਾ ਤੇ ਕੰਗਾਲ ਹੀ ਰੱਖਣਾ ਹੈ। ਇਸ ਤਰ੍ਹਾਂ ਦੇ ਵੀ ਵੇਖੇ ਨੇ। ਤਾਂ ਉਸ ਪਰਮਾਤਮਾ ਦਾ ਅਸੀਂ ਕਰ ਕੀ ਲਵਾਂਗੇ? ਇਸ ਕਰਕੇ ਅਸੀਂ ਉਹਦਾ ਸ਼ੁਕਰਾਨਾ ਕਰਨਾ ਹੈ ਵੀ ਸ਼ੁਕਰ ਹੈ ਤੇਰਾ ਮਾਲਕਾ, ਜਿਹੜੀ ਤੂੰ ਸਾਨੂੰ ਆਪਣੀ ਕੰਨੀ ਪਕੜਾਈ ਏ।
ਕਿਉਂ ਨਾ ਮਰੀਜੇ ਰੋਏ। ਹਾਂ, ਤੇਰੇ ਅੱਗੇ ਅਸੀਂ ਤਰਲੇ ਕਰ ਸਕਦੇ ਹਾਂ, ਕਾਹਦੇ ਲਈ? ਵੀ ਤੂੰ ਸਾਨੂੰ ਆਪਣਾ ਬਣਾ ਲਾ। ਜਾ ਲੱਗ ਚਿੱਤ ਨਾ ਆਵੀ, ਅਸੀਂ ਵੀ ਤੇਰੇ ਚਿੱਤ ਦੇ ਵਿੱਚ ਆ ਜਾਈਏ, ਸਾਡੇ ਤੇ ਵੀ ਕਿਰਪਾ ਹੋ ਜਾਵੇ, ਤੂੰ ਸਾਨੂੰ ਵੀ ਆਪਣੇ ਸਿੱਖ ਨੇ ਜਿਹੜੇ ਉਹ ਆਖੇ। ਤੇ ਆਖੇਗਾ ਕਦੋਂ? ਆਖੇਗਾ ਉਦੋਂ ਜਦੋਂ ਉਹਨੂੰ ਸਾਡੇ ਤੇ ਭਰੋਸਾ ਵੱਜ ਗਿਆ। ਪਹਿਲੋਂ ਅਸੀਂ ਉਹਦੇ ਤੇ ਭਰੋਸਾ ਕਰਨਾ। ਅਸੀਂ ਘਰੇ ਨੌਕਰ ਰੱਖੇ ਨਾ, ਘਰੇ ਨੌਕਰ ਰੱਖੇ ਹੈ। ਨੌਕਰ ਜਿਹੜਾ ਉਹ ਬੜੀਆਂ ਤਸੱਲੀਆਂ ਦਿੰਦਾ ਹੈ, ਬੜੇ ਸਾਨੂੰ ਯਕੀਨ ਦਿਵਾਉਂਦਾ ਹੈ, ਪਰ ਉਦੋਂ ਤੱਕ ਸਾਡਾ ਭਰੋਸਾ ਨਹੀਂ ਵੱਜਦਾ ਜਦੋਂ ਤੱਕ ਅਸੀਂ ਉਹਦੇ ਭਰੋਸੇ ਨੂੰ ਪਰਖ ਨਹੀਂ ਲੈਂਦੇ। ਤੇ ਭਰੋਸੇ ਨੂੰ ਪਰਖਣ ਵਾਸਤੇ ਕੋਪਰੀਆਂ ਵੀ ਲਵਾਉਣੀਆਂ ਪੈ ਜਾਂਦੀਆਂ ਨੇ, ਬੰਦ ਵੀ ਕਟਵਾਉਣੇ ਪੈ ਜਾਂਦੇ ਨੇ। ਇੱਥੇ ਇਹ ਨਹੀਂ ਕਹਿ ਸਕਦੇ ਵੀ ਹੁਣ ਤੂੰ ਸਾਨੂੰ ਪਰਖਣ ਲੱਗਾ ਤੇ ਬੰਦ ਨਾ ਕੱਟ। ਇੱਥੇ ਇਹ ਨਹੀਂ ਕਹਿ ਸਕਦੇ ਵੀ ਤੂੰ ਸਾਨੂੰ ਪਰਖਣ ਲੱਗਾ ਹੈ, ਸਾਡਾ ਪੇਪਰ ਲੈਣ ਲੱਗਾ ਤੇ ਸਾਡੀਆਂ ਖੋਪਰੀਆਂ ਨਾ ਲਾ। ਇਹ ਨਹੀਂ ਕਿਹਾ ਜਾ ਸਕਦਾ। ਇਹ ਪਹਿਲੇ ਸ਼ਬਦ ਦਾ ਨਾ ਪਹਿਲੇ ਸ਼ਲੋਕ ਦਾ ਅਰਥ ਹੈ, ਕਿਉਂ ਨਾ ਮਰੀਜੇ ਰੋਏ, ਅਸੀਂ ਰੋ ਕੇ ਕਿਉਂ ਨਾ ਮਰ ਜਾਈਏ। ਜਾ ਲੱਗ ਚੇਤਨਾ ਆਵੀ, ਜਦੋਂ ਤੱਕ ਤੂੰ ਸਾਡੇ ਤੇ ਭਰੋਸਾ ਨਹੀਂ ਕਰਦਾ ਵੀ ਇਹ ਮੇਰਾ ਗੁਰਸਿੱਖ ਹੋ ਗਿਆ, ਇਹ ਹੁਣ ਡੋਲਦਾ ਨਹੀਂ। ਇਹ ਭਰੋਸਾ ਅਸੀਂ ਬਣਵਾਉਣਾ ਹੈ। ਜਿਵੇਂ ਸਾਡੇ ਘਰ ਦੇ ਨੌਕਰ ਨੇ ਜਿਹੜੇ, ਉਹ ਸਾਡਾ ਭਰੋਸਾ ਜਿੱਤ ਲੈਂਦੇ ਨੇ ਨਾ, ਅਸੀਂ ਭਰੋਸਾ ਕਹਿ ਦਿੰਦੇ ਹਾਂ। ਅਸੀਂ ਕਈ ਵਾਰੀ ਨਾ ਆਪਣੇ ਧੀ ਪੁੱਤਰ ਤੇ ਭਰੋਸਾ ਨਹੀਂ ਕਰਦੇ, ਪਰ ਨੌਕਰ ਤੇ ਸਾਨੂੰ ਜ਼ਿਆਦਾ ਭਰੋਸਾ ਹੋ ਜਾਂਦਾ। ਧੀ ਪੁੱਤਰ ਕਈ ਵਾਰੀ ਕੋਈ ਨਾ ਕੋਈ ਗਲਤੀ ਕਰ ਸਕਦਾ ਤੇ ਅਸੀਂ ਕਹਿ ਸਕਦੇ ਹਾਂ ਵੀ ਮੇਰਾ ਬੱਚਾ ਤਾਂ ਕੰਮ ਕਰ ਸਕਦਾ, ਪਰ ਮੇਰਾ ਨੌਕਰ ਹੈ ਜਿਹੜਾ ਉਹ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਉਹਨੇ ਸਾਡਾ ਭਰੋਸਾ ਜਿੱਤ ਲਿਆ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਤੂੰ ਸਾਡੇ ਤੇ ਕਿਰਪਾ ਕਰ, ਰਹਿਮਤ ਕਰ, ਤੇ ਅਸੀਂ ਤੇਰੇ ਭਰੋਸੇ ਨੂੰ ਜਿੱਤ ਲਈਏ। ਭਾਵ ਤੈਨੂੰ ਸਾਡੇ ਤੇ ਇੰਨਾ ਭਰੋਸਾ ਹੋ ਜਾਵੇ, ਇਹ ਵਾਹਿਗੁਰੂ ਤੂੰ ਸਾਡੇ ਚਿੱਤ ਦੇ ਵਿੱਚ ਆਣ ਕੇ ਵਾਸਾ ਕਰ ਲਵੇਂ ਜੀ। ਮਹੱਲਾ ਦੂਜਾ। ਜਾਂ ਸੁਖਤਾ ਸਹੁਰਾਵਿਓ, ਦੁੱਖ ਭੀ ਸਮਾਲੋਏ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਤਾਂ ਪਹਿਲੋਂ ਆਪਾਂ ਅੱਖਰੀ ਅਰਥ ਕਰਾਂਗੇ, ਫਿਰ ਅੰਤਰੀਵ ਅਰਥ ਸਮਝਾਂਗੇ। ਜਾਂ ਸੁਖ ਤਾਂ ਸਹੁਰਾਵਿਓ, ਜਦੋਂ ਪਤੀ ਸੁਖ ਦੇ ਵਿੱਚ ਹੁੰਦਾ ਹੈ ਨਾ, ਉਦੋਂ ਤਾਂ ਸਾਰੀਆਂ ਪਤਨੀਆਂ ਨੇ ਜਿਹੜੀਆਂ ਉਹ ਬਾਗੋ ਬਾਗ ਹੁੰਦੀਆਂ ਨੇ। ਤੇ ਜਦੋਂ ਕਿਤੇ ਉਹਦਾ ਵਿਚਾਰੇ ਦਾ ਸਿਰ ਦੁਖਣ ਲੱਗ ਜੇ ਜਾਂ ਬੁਖਾਰ ਬੁਖੂਰ ਹੋ ਜੇ ਨਾ, ਤੇ ਫਿਰ ਕਈ ਵਾਰੀ ਮਨ ਦੇ ਵਿੱਚ ਆ ਜਾਂਦੀ, ਲੈ ਹੁਣ ਮੈਂ ਮੁੰਡੇ ਨੂੰ ਸੰਭਾਲਾਂ, ਰਸੋਈ ਦਾ ਕਰਾਂ, ਮਾਲ ਪਸ਼ੂ ਵੀ ਇਹ ਤਾਂ ਪੈ ਗਿਆ, ਹੁਣ ਮੈਂ ਕੀ ਕਰਾਂ। ਹੁਣ ਗੁਰੂ ਜੀ ਇੱਥੇ ਸਾਨੂੰ ਇਹ ਦੱਸਦੇ ਨੇ, ਸੁੱਖ ਦੇ ਵਿੱਚ ਤਾਂ ਅਸੀਂ ਸਾਰੇ ਗੁਰੂ ਘਰ ਆਉਂਦੇ ਹਾਂ ਤੇ ਗੁਰੂ ਨੂੰ ਮੰਨਦੇ ਹਾਂ। ਗੁਰੂ ਬੜਾ ਚੰਗਾ ਹੈ। ਅਸੀਂ ਧੰਨ ਗੁਰੂ ਮਹਾਰਾਜ ਜੀ ਦੇ ਅੱਗੇ ਆਣ ਕੇ ਨਾ ਅਰਦਾਸਾਂ ਕਰਦੇ ਹਾਂ, ਤੇ ਗੁਰੂ ਮਹਾਰਾਜ ਜੀ ਸਾਡੀ ਅਰਦਾਸ ਸੁਣ ਕੇ ਸਾਨੂੰ ਸੁੱਖ ਦਿੰਦਾ। ਜਦੋਂ ਤੱਕ ਸੁੱਖ ਦੇਈ ਜਾਂਦਾ ਅਸੀਂ ਗੁਰੂ ਘਰ ਆਈ ਜਾਂਦੇ ਹਾਂ। ਥੋੜਾ ਵਿਚਾਰਾਂ ਨਾਲ ਜੁੜੋਗੇ ਤੇ ਗੱਲ ਦੀ ਸਮਝ ਆਏਗੀ, ਨਹੀਂ ਤਾਂ ਉੱਤੋਂ ਦੀ ਲੰਘ ਜਾਣੀ ਹੈ, ਪੱਲੇ ਕੁਝ ਵੀ ਨਹੀਂ ਪੈਣਾ, ਐਵੇਂ ਸਮਾਂ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ। ਗੁਰੂ ਘਰ ਅਸੀਂ ਆਉਂਦੇ ਹਾਂ, ਸਾਡੇ ਘਰੇ ਸੁੱਖ ਸ਼ਾਂਤੀ ਬਣੀ ਹੋਈ ਹੈ। ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਾਂ ਤੇ ਗੁਰੂ ਮਹਾਰਾਜ ਜੀ ਦੇ ਨਾਲ ਅਸੀਂ ਜੁੜੇ ਹੋਏ ਹਾਂ। ਜਿਸ ਦਿਨ ਗੁਰੂ ਨੇ ਪਰਚਾ ਪਾ ਦਿੱਤਾ ਨਾ ਵੀ ਹੁਣ ਤੱਕ ਤਾਂ ਗੁਰਮੁਖ ਪਿਆਰਿਆ ਇਸ ਦਰ ਤੋਂ ਸੁੱਖ ਲਿਓ, ਤੇ ਇਹ ਵੀ ਦਾਤ ਤੇਰੀ ਦਾਤਾਰ। ਗੁਰੂ ਮਹਾਰਾਜ ਦੀ ਬਾਣੀ ਦੇ ਅੰਦਰ ਫਰਮਾਨ ਹੁੰਦਾ ਨਾ, ਕਈਆਂ ਦੁੱਖ ਭੂਖ ਸਦ ਮਾਰ, ਦੁੱਖ ਤੇ ਭੁੱਖ ਤੇ ਮਾਰ ਪਈ ਜਾਣੀ, ਇਹ ਪੇ ਦਾਤ ਤੇਰੀ ਦਾਤਾਰ। ਇਹ ਮੇਰੇ ਦਾਤੇ, ਇਹ ਵੀ ਤੇਰੀ ਦਾਤ ਹੈ। ਜਦੋਂ ਫਿਰ ਇਹ ਦਾਤ ਦਿੰਦਾ ਹੈ ਨਾ, ਫਿਰ ਅਸੀਂ ਕੀ ਕਰਦੇ ਹਾਂ, ਗੁਰਦੁਆਰੇ ਤੋਂ ਪਿਛਾਂਹ ਹਟ ਜਾਂਦੇ ਹਾਂ। ਤੇ ਫਿਰ ਕਿੱਥੇ ਜਾਂਦੇ ਹਾਂ, ਲੈ ਵੀ ਹੁਣ ਨਾ ਸਾਡਾ ਮੁੰਡਾ ਢਿੱਲਾ ਹੋ ਗਿਆ ਜਾਂ ਫੇਲ ਹੋ ਗਿਆ ਜਾਂ ਆਹ ਕੰਮ ਸਾਡਾ ਖੜ ਗਿਆ, ਉਹ ਅੜ ਗਿਆ, ਤੇ ਫਿਰ ਅਸੀਂ ਬੂਬਣਿਆਂ ਤੇ ਜਾ ਕੇ ਪੈਰ ਪਕੜਨ ਲੱਗ ਜਾਂਦੇ ਹਾਂ। ਕਿਸੇ ਧਾਗਾ ਤਵੀਤਾਂ ਵਾਲੇ ਕੋਲ ਚਲੇ ਜਾਂਦੇ ਹਾਂ, ਕਿਸੇ ਮੜੀ ਮਸਾਨੀ ਤੇ ਜਾਂ ਕਿਤੇ ਹੋਰ ਚਲੇ ਜਾਂਦੇ ਹਾਂ। ਫਿਰ ਅਸੀਂ ਭਾਈ ਤਿਲਕੂ ਵਰਗੇ ਨਹੀਂ ਰਹਿੰਦੇ, ਫਿਰ ਅਸੀਂ ਮਹੇਸੇ ਜੋਗੀ ਵਰਗੇ ਬਣ ਜਾਂਦੇ ਹਾਂ। ਇਹ ਗੱਲ ਗੁਰੂ ਮਹਾਰਾਜ ਜੀ ਇੱਥੇ ਦੱਸਦੇ। ਜਾਂ ਸੁੱਖ ਤਾਂ ਸਹੁਰਾਵਿਓ, ਸੁੱਖ ਦੇ ਵਿੱਚ ਤਾਂ ਸਾਰੇ ਆਪਣੇ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਹੈ ਨਾ, ਉਦੋਂ ਫਿਰ ਛੱਡ ਕੇ ਆਉਣ ਵਾਲੇ ਵੀ ਹੈਗੇ ਨੇ। ਜੇ ਆਪਾਂ ਗੁਰ ਇਤਿਹਾਸ ਨੂੰ ਵਿਚਾਰੀਏ ਨਾ, ਤੇ ਗੁਰ ਇਤਿਹਾਸ ਦੇ ਵਿੱਚ ਗੁਰੂ ਜੀ ਨੇ ਜਿਹੜੇ ਕੌਤਕ ਕੀਤੇ ਨੇ ਨਾ, ਉਹ ਇਸੇ ਵਾਸਤੇ ਕੀਤੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤਾਂ ਨੂੰ ਪਤਾ ਲੱਗ ਜੇ ਵੀ ਜਦੋਂ ਕੜਾਹ ਪ੍ਰਸ਼ਾਦ ਵਾਧੂ ਮਿਲਦਾ ਨਾ ਦਰਬਾਰ ਸਾਹਿਬ ਦੇ ਵਿੱਚ, ਕੀ ਹੋ ਗਿਆ ਜੇ ਹੁਣ ਆਪਣਾ ਭਰੋਸਾ ਹੀ ਨਹੀਂ ਹੈਗਾ ਵੀ ਦੇਗ ਛਕਿਆ ਰੋਗ ਕੱਟੇ ਜਾਣਗੇ, ਤੇ ਅਸੀਂ ਇੰਨੀ ਕੁੰਗਲ ਕਰ ਲੈਂਦੇ ਹਾਂ। ਇਹ ਨਾ ਕਰਿਆ ਕਰੋ। ਦੇਗ ਨਾਲ ਦੁੱਖ ਕੱਟੇ ਜਾਂਦੇ ਨੇ। ਭਰੋਸਾ ਰੱਖੋ, ਵਿਸ਼ਵਾਸ ਰੱਖੋ ਗੁਰੂ ਤੇ। ਦੇਗ ਛਕਣ ਦੇ ਨਾਲ ਦੁੱਖ ਕੱਟੇ ਜਾਂਦੇ ਨੇ, ਦੇਗ ਛਕਣ ਦੇ ਨਾਲ ਦੁੱਖ ਲੱਗਦਾ ਨਹੀਂ ਹੈਗਾ।
ਤੇ ਦੁੱਖ ਕਦੋਂ ਲੱਗਦਾ ਹੈ? ਜਦੋਂ ਅਸੀਂ ਲਾਲਚ ਕਰਕੇ ਤੇ ਕਹਿ ਦਿੰਦੇ ਹਾਂ ਦੂਜੇ ਨਾਲੋਂ ਜ਼ਿਆਦੀ ਦੇ ਦੇ ਜਾਂ ਸਵਾਇਆ ਗੱਫਾ ਦੇ ਦੇ, ਉਦੋਂ ਦੁੱਖ ਲੱਗਦਾ ਹੈ। ਵੈਸੇ ਵੰਡ ਆਈ ਜਿਹੜੀ ਉਹ ਛਕਣ ਦੇ ਨਾਲ ਦੁੱਖ ਨਹੀਂ ਲੱਗਦਾ। ਰੋ ਵਿਚਾਰ ਜਦੋਂ ਗੁਰੂ ਤੋਂ ਖਾਣ ਪੀਣ ਨੂੰ ਮਿਲਦਾ, ਲੰਗਰ ਖੁੱਲ੍ਹਾ ਏ, ਤੇ ਉਦੋਂ ਤਾਂ ਭਾਈ ਅਸੀਂ ਸਾਰੇ ਗੁਰੂ ਵਾਲੇ ਹਾਂ। ਤੇ ਜਦੋਂ ਕਿਤੇ ਮਾੜੀ ਜੀ ਭੀੜ ਪੈ ਜੇ ਨਾ, ਦੁੱਖ ਵੀ ਸੰਭਾਲ ਲਿਓ ਏ ਗੁਰਮੁਖ ਪਿਆਰਿਓ, ਦੁੱਖ 'ਚ ਵੀ ਸੰਭਾਲਿਆ ਕਰੋ। ਜੇ ਭੀੜ ਪੈ ਗਈ ਹੈ ਨਾ, ਕੋਈ ਮੁਸੀਬਤ ਪੈ ਗਈ ਹੈ, ਤੇ ਉਦੋਂ ਵੀ ਅਸੀਂ ਸੰਭਾਲਣਾ ਕਰੀਏ, ਤੇ ਫਿਰ ਤਾਂ ਭਾਈ ਅਸੀਂ ਭਾਈ ਤਿਲਕੂ ਜੀ ਵਰਗੇ ਹਾਂ, ਤੇ ਨਹੀਂ ਤਾਂ ਭਾਈ ਫਿਰ ਅਸੀਂ ਇਹ ਜੋਗੀ ਮਹੇਸ਼ੇ ਵਰਗੇ ਹੋ ਜਾਂਦੇ ਹਾਂ ਜੀ। ਨਾਨਕ ਕਹੈ ਸਿਆਣੀਐ ਇਉ ਕੰਤ ਮਿਲਾਵਾ ਹੋਏ। ਸਿਆਣਾ ਅਸੀਂ ਉਹਨੂੰ ਕਹਿ ਦਿੰਨੇ ਆ, ਇਹ ਕਹਿਣ ਦੀ ਗੱਲ ਏ, ਸਿਆਣਾ ਅਸੀਂ ਉਹਨੂੰ ਕਹਿ ਦਿੰਨੇ ਆ ਜਿਹੜਾ ਆਪਣੇ ਘਰ ਨੂੰ ਸਿਆਣਾ ਹੋਵੇ। ਦੂਜੇ ਨੂੰ ਅਸੀਂ ਸਿਆਣਾ ਨਹੀਂ ਮੰਨਦੇ। ਭਗਤ ਕਬੀਰ ਜੀ ਦੀ ਮਾਤਾ ਨੇ ਭਗਤ ਕਬੀਰ ਜੀ ਨੂੰ ਕਹਿਤਾ ਸੀ, ਇਨ ਮੁੰਡੀਆਂ ਘਰ ਕੋਇਓ, ਇਹ ਤਾਂ ਘਰ ਹੀ ਗਾਲਤਾ ਮੇਰਾ, ਕਿੱਥੋਂ ਜੰਮ ਕੇ ਨਮਕਮਾ ਹਮਾਰੇ ਕੌਣ ਨੇ ਰਾਮ ਕੇ, ਸਾਡੇ ਵਿੱਚ ਕਿਹੜੇ ਨੇ ਰੱਬ ਦਾ ਨਾਂ ਲਿਆ ਏ। ਇਹ ਨੁਕਤਾ ਜਿੱਦਣ ਦਾ ਜੰਮ ਗਿਆ ਨਾ, ਭਗਤ ਗੁਰਬਾਣੀ ਦੇ ਅੰਦਰ ਸ਼ਬਦ ਆਉਂਦਾ ਹੈ, ਗੁਰੂ ਮਹਾਰਾਜ ਜੀ ਦੇ ਅੰਦਰ ਇਹ ਸ਼ਬਦ ਦਰਜ ਏ। ਭਗਤ ਕਬੀਰ ਜੀ ਮਾਂ ਜਿਹੜੀ ਸੀ, ਸੁਣੋ ਜਠਾਣੀ ਸੁਣੋ ਦਰਾਣੀ, ਸਾਰੀਆਂ ਇਕੱਠੀਆਂ ਕਰ ਲਈਆਂ ਸੀ ਵੀ ਤੁਸੀਂ ਸਮਝਾਓ ਜੇ ਤੁਹਾਡੇ ਆਖੇ ਲੱਗਦਾ ਤਾਂ। ਕਿਉਂ? ਇਹ ਤਾਂ ਘਰ ਹੀ ਖਰਾਬ ਕਰਨ ਲੱਗ ਗਿਆ ਏ, ਇਹਨੂੰ ਤਾਂ ਪਰਵਾਹ ਹੀ ਕੋਈ ਨਹੀਂ। ਮੁੰਡੀਆਂ ਨੂੰ ਹੋਏ ਏਕ, ਇਹ ਤਾਂ ਇੱਕ ਹੋ ਗਿਆ ਲੋਕਾਂ ਦੇ ਨਾਲ, ਲਟੇਰਿਆਂ ਦੇ ਨਾਲ ਰਲ ਗਿਆ। ਸਾਧੂਆਂ ਨੂੰ ਲਟੇਰੀ ਦੱਸਦੀ ਸੀ, ਕਹਿੰਦੀ ਉਹਨਾਂ ਨਾਲ ਰਲ ਗਿਆ ਤੇ ਸਾਰਾ ਕੁਝ ਚੱਕ ਕੇ ਉਹਨਾਂ ਨੂੰ ਦੇਈ ਜਾਂਦਾ। ਇਸ ਸਿਆਣਾ ਨਹੀਂ ਸੀ ਭਗਤ ਕਬੀਰ ਜੀ ਨੂੰ ਗਿਣਦੀ ਹੁੰਦੀ ਮਾਂ। ਤੇ ਸਿਆਣਾ ਅਸੀਂ ਕਿਹਨੂੰ ਕਹਿੰਦੇ ਆ? ਜਿਹੜੇ ਆਪਣੇ ਘਰ ਨੂੰ ਸਿਆਣਾ ਹੋਵੇ। ਧੀ ਪੁੱਤਰ ਹੈ ਸਾਡਾ, ਘਰੋਂ ਚੱਕ ਕੇ ਬਾਹਰ ਵੰਡੇ ਤੇ ਅਸੀਂ ਕਹਾਂਗੇ ਕਿੱਥੋਂ ਨਕੰਮਾ ਜੰਮ ਪਿਆ। ਤੇ ਜੇ ਬਾਹਰੋਂ ਲੈ ਆਵੇ, ਭਾਵੇਂ ਚੋਰੀ ਦਾ ਲਿਆਵੇ, ਭਾਵੇਂ ਠੱਗੀ ਬੇਈਮਾਨੀ ਦਾ ਲਿਆਵੇ, ਤੇ ਅਸੀਂ ਕਹਾਂਗੇ ਸਾਡਾ ਪੁੱਤਰ ਬੜਾ ਸਿਆਣਾ ਹੈ। ਇਹ ਸਿਆਣਾ ਹੈ ਜਿਹੜਾ ਇੱਥੇ ਗੁਰੂ ਮਹਾਰਾਜ ਜੀ ਨੇ ਤਾਂ ਆਖਿਆ, ਨਾਨਕ ਕਹੈ ਸਿਆਣੀਏ, ਹੇ ਸਿਆਣਿਓ ਇਹ ਵੀ ਸੁਣ ਲਿਓ, ਇਉ ਕੰਤ ਮਿਲਾਵਾ ਹੋਏ। ਅਸੀਂ ਘਰ ਨੂੰ ਤਾਂ ਸਾਰੇ ਸਿਆਣੇ ਆ, ਪਰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਵਾ ਹੋਣ ਦੇ ਲਈ ਅਸੀਂ ਸਿਆਣੇ ਨਹੀਂ ਹੈਗੇ। ਇਹਨੂੰ ਇਸ ਤਰ੍ਹਾਂ ਸਮਝਣਾ ਜੀ। ਇਉ ਕੰਤ ਮਿਲਾਵਾ ਹੋਏ। ਕਿਵੇਂ ਹੁੰਦਾ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਵਾ? ਜੇ ਦੁੱਖ ਤੇ ਸੁੱਖ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਅਸੀਂ ਜੁੜੇ ਰਹਿੰਦੇ ਹਾਂ, ਸਾਡੇ ਅੰਦਰ ਦਾ ਵਿਸ਼ਵਾਸ ਭਰੋਸਾ ਤੇ ਸ਼ਰਧਾ ਵੱਜੀ ਰਹਿੰਦੀ ਏ, ਫਿਰ ਤਾਂ ਭਾਈ ਪਰਮਾਤਮਾ ਦਾ ਮਿਲਾਪ ਹੋ ਜਾਏਗਾ, ਵਾਹਿਗੁਰੂ ਦੇ ਨਾਲ ਮਿਲ ਜਾਵਾਂਗੇ। ਨਹੀਂ ਤਾਂ ਭਾਈ ਅਸੀਂ ਆਪਣੇ ਘਰ ਨੂੰ ਜੇ ਸਿਆਣੇ ਆ ਨਾ ਵੀ ਸਾਡਾ ਘਰ ਨਾ ਖਰਾਬ ਹੋਵੇ, ਸਾਡਾ ਘਰ ਬਣ ਜੇ, ਤੇ ਫਿਰ ਉਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਏਗਾ। ਨਾਨਕ ਕਹੈ ਸਿਆਣੀਏ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਹਿ ਰਹੇ ਨੇ, ਦੱਸ ਰਹੇ ਨੇ, ਹੇ ਸਿਆਣਿਓ, ਹੇ ਗੁਰਮੁਖ ਪਿਆਰਿਓ, ਇਉਂ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਜੀਵਨ ਜਿਉਇਆ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ, ਸ਼ਰਧਾ ਦੇ ਨਾਲ, ਫਿਰ ਪਰਮਾਤਮਾ ਦਾ ਮੇਲ ਹੁੰਦਾ ਹੈ ਜੀ। ਪੌੜੀ ਹਉ ਕਿਆ ਸਾਲਾਹੀ ਕਰਮ ਜੰਤ, ਵੱਡੀ ਤੇਰੀ ਵਡਿਆਈ। ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਨੇ ਇਤਨੀ ਵੱਡੀ ਵਡਿਆਈ ਕੀਤੀ ਹੈ ਉਸ ਪ੍ਰਭੂ ਪਰਮਾਤਮਾ ਦੀ, ਤੇ ਫਿਰ ਵੀ ਉਸ ਪਰਮਾਤਮਾ ਨੂੰ ਆਖ ਰਹੇ ਨੇ, ਹੇ ਸੱਚੇ ਸਤਿਗੁਰ ਜੀ ਤੇਰੀ ਵਡਿਆਈ ਤਾਂ ਏਦੂ ਵੀ ਵੱਡੀ ਹੈ। ਆਪ ਜੀ ਦੀ ਜਿਹੜੀ ਵਡਿਆਈ ਹੈ ਨਾ, ਉਹ ਏਦੂ ਵੀ ਵੱਡੀ ਹੈ। ਹੋ ਕਿਆ ਸਲਾਹੀ, ਮੈਂ ਕੀ ਸਲਾਹ ਸਕਦਾ। ਕਿਰਮ ਜੰਤ, ਕਿਰਮ ਕੀੜੇ ਨੂੰ ਆਖਦੇ ਨੇ, ਜੰਤ ਆਪਾਂ ਜੰਤ ਆ। ਕਿਸੇ ਜ਼ਖਮ ਦੇ ਵਿੱਚ ਕੀੜਾ ਪੈ ਜਾਂਦਾ ਨਾ, ਤੇ ਉਹ ਫਿਰ ਸਾਡੇ ਤੋਂ ਛੋਟਾ ਹੁੰਦਾ ਹੈ। ਜ਼ਖਮ ਜਿਤਨਾ ਹੀ ਉਸ ਦਾ ਆਕਾਰ ਹੁੰਦਾ ਛੋਟੇ ਜਿਹੇ ਆਕਾਰ ਦਾ, ਤੇ ਅਸੀਂ ਕਿੱਡੇ ਵੱਡੇ ਆ। ਕਈਆਂ ਦੇ ਜ਼ਖਮ ਹੋ ਜਾਂਦੇ ਨੇ, ਪਸ਼ੂਆਂ ਦੇ ਜਾਂ ਸਾਡੇ ਵੀ, ਉਹਨਾਂ ਦੇ ਵਿੱਚ ਕੀੜੇ ਪੈ ਜਾਂਦੇ ਨੇ। ਇਹਨੂੰ ਕਿਰਮ ਜੰਤ ਆਖਿਆ ਜਾਂਦਾ। ਜੰਤ ਦੇ ਵਿੱਚ ਪਿਆ ਹੋਇਆ ਕੀੜਾ। ਸਾਡੇ ਪੇਟ ਦੇ ਵਿੱਚ ਵੀ ਕੀੜੇ ਕਈ ਵਾਰੀ ਪੈ ਜਾਂਦੇ ਨੇ, ਜਿਹੜੀ ਪਾਚਨ ਕਿਰਿਆ ਉਹਦੇ ਵਿੱਚ ਇਹ ਆ ਜਾਂਦੇ ਨੇ, ਚਿੱਟੇ ਰੰਗ ਦੇ ਹੁੰਦੇ ਨੇ, ਇਹਨਾਂ ਨੂੰ ਮਲਾਪ ਵੀ ਆਖਿਆ ਜਾਂਦਾ। ਪਸ਼ੂਆਂ ਦੇ ਵੀ ਪੈ ਜਾਂਦੇ, ਇਹਨਾਂ ਨੂੰ ਕਿਰਮ ਜੰਤ ਆਖਿਆ। ਜਿੱਥੇ ਕਿਰਮ ਤੇ ਜੰਤ ਇਕੱਠਾ ਆ ਜਾਵੇ, ਉੱਥੇ ਕਿਸੇ ਜੰਤ ਦੇ ਵਿੱਚ ਪੈਣ ਵਾਲਾ ਕਿਰਮ ਇਹ ਆਖਿਆ ਗਿਆ ਹੈ। ਹੇ ਪਰਮਾਤਮਾ, ਹੇ ਸੱਚੇ ਸਤਿਗੁਰ, ਇਹ ਸ਼ਬਦ ਇਸ ਵਾਸਤੇ ਵਰਤਿਆ ਗਿਆ ਹੈ ਵੀ ਅਸੀਂ ਤਾਂ ਛੋਟੇ ਜਿਹੇ ਹਾਂ ਤੇ ਤੂੰ ਬੜਾ ਵੱਡਾ ਹੈ। ਤੇਰੀ ਜਿਹੜੀ ਵੱਡੀ ਵਡਿਆਈ ਹੈ ਉਹ ਸਾਡੇ ਤੋਂ ਕਹਿ ਕੇ ਬਿਆਨ ਨਹੀਂ ਕੀਤੀ ਜਾ ਸਕਦੀ ਹੈ ਜੀ। ਤੂੰ ਆਗਮ ਦਇਆਲ ਅਗੰਮ ਹੈ, ਆਪ ਲਹਿ ਮਿਲਾਈ। ਹਾਂ, ਤੂੰ ਅਗਮਤਾ ਵਾਲਾ ਹੈ, ਦਿਆਲੂ ਹੈ, ਕਿਰਪਾਲੂ ਹੈ। ਤੇਰਾ ਅਗੰਮ ਜਿਹੜਾ ਉਹ ਕਿਸੇ ਤੋਂ ਪਾਇਆ ਨਹੀਂ ਗਿਆ, ਪਾਇਆ ਨਹੀਂ ਜਾ ਸਕਦਾ, ਜਿੰਦੇ ਤੇ ਤੂੰ ਆਪ ਕਿਰਪਾ ਕਰਦਾ, ਆਪ ਮਿਲਾ ਲੈਂਦਾ ਹੈ ਜੀ। ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਖਾਈ। ਇਹ ਵਾਹਿਗੁਰੂ ਜੀ ਸਾਡਾ ਤੇਰੇ ਤੋਂ ਬਿਨਾ ਕੋਈ ਬੇਲੀ ਨਹੀਂ। ਬੇਲੀ ਦਾ ਅਰਥ ਹੁੰਦਾ ਹੈ ਬੇਲ ਪਕੜਨ ਵਾਲਾ।
ਤੇ ਬੇਲ ਜਿਹੜਾ ਇਹਨੂੰ ਥੋੜਾ ਇਸ ਤਰ੍ਹਾਂ ਸਮਝਣਾ ਪਏਗਾ। ਪੁਰਾਣੇ ਸਮੇਂ ਦੇ ਵਿੱਚ ਜਦੋਂ ਅਸੀਂ ਕਣਕਾਂ ਦੀ ਵਾਢੀ ਕਰਦੇ ਹੁੰਦੇ ਸੀ ਨਾ, ਤੇ ਉਦੋਂ ਕਹਿ ਦਿੰਦੇ ਸੀ ਅਸੀਂ ਬੇਲ ਪਾਈਏ। ਬੇਲ ਦਾ ਅਰਥ ਇਹ ਹੁੰਦਾ ਸੀ ਵੀ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਜੁੜ ਕੇ ਤੇ ਕਿਸੇ ਕਾਰਜ ਨੂੰ ਕਰਨ ਲੱਗੇ ਹਾਂ ਸਾਂਝੇ ਤੌਰ ਤੇ, ਬਗਾਨਾ ਸਮਝ ਕੇ ਨਹੀਂ, ਸਾਂਝੇ ਤੌਰ ਤੇ। ਅੱਜ ਇਸ ਦੀ ਪਹਿਲੂ ਆ ਗਈ ਹੈ ਤੇ ਬੇਲ ਪਾ ਕੇ ਇਸ ਦੀ ਵੱਢੀ ਜਾਣੀ ਹੈ, ਤੇ ਅਗਲੇ ਦਿਨ ਅਗਲੇ ਦੀ ਆ ਗਈ ਤੇ ਬੇਲ ਪਾ ਕੇ ਫਿਰ ਉਹਦੀ ਵੱਢੀ ਜਾਣੀ ਹੈ। ਇਹਦੇ ਨਾਲ ਭਰਪਾ ਵਧਿਆ ਕਰਦਾ ਸੀ ਤੇ ਕਾਰਜ ਜਿਹੜਾ ਬੜਾ ਸੁਖੈਨ ਤਰੀਕੇ ਦੇ ਨਾਲ ਹੋ ਜਾਂਦਾ ਸੀ। ਉਸ ਬੇਲ ਤੋਂ ਫਿਰ ਬੇਲੀ ਸ਼ਬਦ ਹੈ, ਜਿਹੜਾ ਉਸ ਬੇਲ ਦੇ ਵਿੱਚ ਆਇਆ ਹੋਇਆ ਉਹ ਬੇਲੀ ਹੈ। ਜਿਹੜਾ ਉਸ ਬੇਲ ਦੇ ਵਿੱਚ ਆ ਗਿਆ ਨਾ ਉਹ ਬੇਲੀ ਬਣ ਗਿਆ। ਮੇਰੇ ਖਿਆਲ ਆਪ ਜੀ ਸਮਝ ਗਏ ਹੋਣਗੇ ਸ਼ਬਦ ਦਾ ਅਰਥ। ਮੈਂ ਤੁਝ ਬਿਨ ਬੇਲੀ ਕੋ ਨਹੀਂ ਹੈ ਵਾਹਿਗੁਰੂ ਜੀ। ਤੇਰੇ ਨਾਮ ਜਪਣ ਵਾਲਿਆਂ ਦੀ ਜਿਹੜੀ ਬੇਲ ਹੈ ਨਾ, ਉਹਦੇ ਵਿੱਚ ਬੇਲੀ ਬਣਾਉਣ ਵਾਲਾ ਤੂੰ ਹੈ। ਭਾਵ ਨਾਮ ਜਪਣ ਵਾਲਿਆਂ ਦੀ ਗਿਣਤੀ ਦੇ ਵਿੱਚ ਲੈ ਕੇ ਆਉਣ ਵਾਲਾ ਤੂੰ ਹੈ। ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ। ਤੂੰ ਅੰਤ ਸਖਾਈ ਤੇ ਆਖਰ ਤੱਕ ਮੇਰਾ ਤੂੰ ਹੀ ਸਖਾ ਹੈ ਜੀ। ਜੋ ਤੇਰੀ ਸ਼ਰਨਾਗਤੀ ਤਿਨ ਲਹਿ ਛਡਾਈ। ਜਿਹੜਾ ਵੀ ਤੇਰੀ ਸ਼ਰਨ ਦੇ ਵਿੱਚ ਆ ਜਾਂਦਾ ਨਾ, ਉਹਦੇ ਤੇ ਤੂੰ ਕਿਰਪਾ ਕਰਦਾ, ਆਪ ਰਹਿਮਤ ਕਰਕੇ ਉਹਨੂੰ ਛਡਾ ਲੈਣਾ ਹੈ ਜੀ। ਨਾਨਕ ਵੀ ਪਰਵਾਹੋ ਹੈ ਤਿਸ ਤਿਲ ਨਾ ਤਮਾਈ। ਗੁਰੂ ਜੀ ਰਹਿਮਤ ਕਰਦੇ ਨੇ, ਉਹ ਬੇਪਰਵਾਹ ਹੈ, ਉਹਨੂੰ ਪਰਵਾਹ ਕੋਈ ਨਹੀਂ ਤੇ ਉਹਨੂੰ ਤਮਾ ਵੀ ਕੋਈ ਨਹੀਂ। ਤਿਲ ਨਾ ਤਮਾਈ ਦਾ ਅਰਥ ਉਹਨੂੰ ਤਮਾ ਕੋਈ ਨਹੀਂ। ਉਹਨੂੰ ਇਹ ਗੱਲ ਦੀ ਤਮਾ ਨਹੀਂ ਬਈ ਇਹ ਵੀ ਮੇਰੇ ਨਾਲ ਜੁੜ ਜੇ ਤੇ ਇਹ ਵੀ ਮੇਰੇ ਨਾਲ ਜੁੜ ਜੇ। ਇਸ ਤਰ੍ਹਾਂ ਦੀਆਂ ਜਿਹੜੀਆਂ ਤਮਾਂ ਨੇ ਨਾ, ਇਹ ਸਾਡੇ ਅੰਦਰ ਨੇ। ਆ ਜਿਹੜਾ ਇੱਕ ਨਗਰ ਦੇ ਵਿੱਚ 4-4 ਗੁਰਦੁਆਰੇ ਬਣੇ ਨੇ ਨਾ ਕਈਆਂ ਪਿੰਡਾਂ ਦੇ ਵਿੱਚ, ਚਲੋ ਇੱਥੇ ਤਾਂ ਇਤਿਹਾਸਿਕ ਗੁਰੂ ਘਰ ਨੇ, ਗੁਰੂ ਮਹਾਰਾਜ ਜੀ ਦੇ ਚਰਨ ਛੋਹ ਦੇ ਨਾਲ ਜੁੜੇ ਹੋਏ ਨੇ। ਕਈ ਨਗਰ ਨੇ, ਉਹਨਾਂ ਨਗਰਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਕੋਈ ਵੀ, ਤੇ ਫਿਰ ਵੀ ਨਗਰ ਦੇ ਵਿੱਚ 2-2 3-3 ਗੁਰਦੁਆਰੇ ਬਣੇ। ਉਹ ਕਾਹਦੇ ਵਾਸਤੇ ਬਣੇ ਨੇ? ਉਹ ਇਸ ਵਾਸਤੇ ਬਣੇ ਨੇ ਵੀ ਇਹ ਸਾਡੇ ਨਾਲ ਜੁੜਨ, ਗੁਰੂ ਮਹਾਰਾਜ ਨਾਲ ਨਹੀਂ ਜੋੜਨਾ। ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਨਾਲ ਜੋੜਨਾ ਹੁੰਦਾ ਹੈ ਉਹਨਾਂ ਨੂੰ ਦੂਜਾ ਗੁਰਦੁਆਰਾ ਬਣਾਉਣ ਦੀ ਲੋੜ ਨਹੀਂ ਪੈਂਦੀ। ਮੇਰੇ ਖਿਆਲ ਤੁਹਾਨੂੰ ਗੱਲ ਦੀ ਸਮਝ ਨਹੀਂ ਆਈ, ਮੈਂ ਇੱਕ ਵਾਰੀ ਹੋਰ ਸਮਝਾਉਣ ਦਾ ਯਤਨ ਕਰਾਂਗਾ। ਤਿਲ ਨਾ ਤਮਾਈ, ਜਦੋਂ ਸਾਡੇ ਅੰਦਰ ਤਮਾ ਹੁੰਦੀ ਹੈ ਨਾ, ਤੇ ਤਮਾ ਕਰਕੇ ਮੈਨੂੰ ਇਹ ਹੋਏਗਾ ਵੀ ਇਹ ਵੀ ਮੇਰੇ ਨਾਲ ਜੁੜ ਜੇ, ਇਹ ਵੀ ਮੇਰੇ ਨਾਲ ਜੁੜ ਜੇ, ਇਹ ਵੀ ਮੇਰੇ ਨਾਲ ਜੁੜ ਜੇ। ਜਦੋਂ ਇਸ ਤਰ੍ਹਾਂ ਦੀ ਮੇਰੇ ਅੰਦਰ ਤਮਾ ਹੋਏਗੀ ਤੁਹਾਨੂੰ ਆਪਣੇ ਨਾਲ ਜੋੜਨ ਦੀ, ਤੇ ਫਿਰ ਮੈਂ ਕੋਸ਼ਿਸ਼ ਕਰਾਂਗਾ ਇਹ ਕਰਾਂਗਾ ਵੀ ਇਹਦਾ ਵੀ ਕੰਮ ਜਿਹੜਾ ਮੈਂ ਕਰਦਿਆਂ, ਇਹਦਾ ਵੀ ਕੰਮ ਨੇਤਾ ਨੇ ਜਿਹੜੇ ਉਹ ਇਸ ਤਰ੍ਹਾਂ ਹੀ ਕਰਦੇ ਨੇ ਨਾ, ਜਿਹੜੇ ਰਾਜਨੀਤੀ ਨੇ ਲੋਕ ਉਹ ਇਸ ਤਰ੍ਹਾਂ ਹੀ ਕਰਦੇ ਨੇ। ਉਹਨਾਂ ਦੇ ਅੰਦਰ ਤਮਾ ਹੁੰਦੀ ਹੈ। ਤਮਾ ਕਾਹਦੀ ਹੁੰਦੀ? ਵੋਟਾਂ ਦੀ। ਤੇ ਭਾਈ ਸਾਡੇ ਅੰਦਰ ਕਾਹਦੀ ਤਮਾ? ਸਾਡੇ ਅੰਦਰ ਮਾਇਆ ਦੀ ਤਮਾ ਹੈ। ਸਾਡੇ ਅੰਦਰ ਮਾਇਆ ਦੀ ਤਮਾ ਵੀ ਸਾਰੇ ਮੇਰੇ ਨਾਲ ਜੁੜ ਜਾਣ ਤੇ ਜਿਹੜਾ ਪੈਸਾ ਉਹ ਮੇਰੇ ਕੋਲ ਆਉਣ ਲੱਗ ਜਾਵੇ, ਇਸ ਦਾ ਨਾਂ ਤਮਾ ਹੈ। ਪਰ ਉਸ ਪ੍ਰਭੂ ਪਰਮਾਤਮਾ ਨੂੰ ਇਸ ਤਰ੍ਹਾਂ ਦੀ ਕੋਈ ਤਮਾ ਨਹੀਂ। ਉਹ ਇਸ ਤਰ੍ਹਾਂ ਦੀ ਪਰਵਾਹ ਨਹੀਂ ਕਰਦਾ ਸੀ ਉਹਦੇ ਨਾਲ ਜੁੜੀਏ ਤੇ ਭਾਵੇਂ ਨਾ ਜੁੜੀਏ। ਮੇਰੇ ਖਿਆਲ ਹੁਣ ਗੱਲ ਦੀ ਸਮਝ ਆ ਗਈ ਹੋਣੀ ਹੈ, ਮੈਨੂੰ ਥੋੜੀ ਜਿਹੀ ਤਸੱਲੀ ਹੋਈ ਹੈ। ਨਾਨਕ ਵੇ ਪਰਵਾਹ, ਉਹ ਪਰਵਾਹ ਨਹੀਂ ਕਰਦਾ। ਤੇ ਜਿਹੜੇ ਸੰਤ ਨੇ ਪਰਵਾਹ ਉਹ ਵੀ ਨਹੀਂ ਕਰਦੇ ਹੁੰਦੇ, ਇਹ ਵੀ ਮੈਂ ਦੱਸ ਦਿਆਂ। ਜਿਹੜਾ ਪਰਵਾਹ ਕਰਦਾ ਨਾ ਉਹ ਪੱਖਪਾਤੀ ਹੈ, ਸੰਤ ਨਹੀਂ ਹੈਗਾ ਵੀ ਇੱਕ ਦਾ ਕਰ ਦੇਣਾ ਦੂਜੇ ਦਾ ਨਾ ਕਰਨਾ। ਉਹ ਪੱਖਪਾਤੀ ਹੋ ਸਕਦਾ ਹੈ, ਰਾਜਨੀਤਿਕ ਨੇਤਾ ਹੋ ਸਕਦਾ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਵੋਟਾਂ 'ਚ ਖੜਾ ਹੁੰਦਾ ਹੋਵੇ ਆਪਣੀ ਪਾਰਟੀ ਬਣਾਉਣ ਦੇ ਲਈ, ਲੋਕਾਂ ਨੂੰ ਮਗਰ ਲਾਉਣ ਦੇ ਲਈ। ਇਹ ਵੀ ਤਾਂ ਨੇਤਿਆਂ ਦਾ ਕੰਮ ਨੇ। ਜਿਹੜਾ ਸੰਤ ਹੈ ਉਹ ਵੀ ਬੇਪਰਵਾਹ ਹੁੰਦਾ ਹੈ। ਸੰਤ ਦੇ ਵਿੱਚ ਤੇ ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਇਸੇ ਕਰਕੇ ਨਹੀਂ ਨਾ ਫਰਕ। ਜਿਵੇਂ ਪਰਮਾਤਮਾ ਬੇਪਰਵਾਹ ਕਿਸੇ ਦਾ ਹੋਵੇ ਕੋਈ ਨਾ ਹੋਵੇ, ਉਹਨੂੰ ਕੋਈ ਪਰਵਾਹ ਨਹੀਂ। ਸੰਤ ਨੂੰ ਵੀ ਕੋਈ ਪਰਵਾਹ ਨਹੀਂ, ਉਹਦੇ ਕੋਲ ਕੋਈ ਆਵੇ ਜਾਂ ਨਾ ਆਵੇ। ਤੇ ਪਰਵਾਹ ਕਿਹਨਾਂ ਨੂੰ ਹੈ? ਪਰਵਾਹ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਲਾਲਚ ਹੈ ਵੀ ਇਹ ਮੇਰੇ ਕੋਲ ਆਏਗਾ ਤੇ 10 ਰੁਪਏ ਮੱਥਾ ਟੇਕੇਗਾ ਤੇ ਫੇਰ ਹੀ ਗੱਲ ਬਣੇਗੀ ਨਾ। ਨਾਨਕ ਬੇਪਰਵਾਹ ਹੋਏ, ਪਰਮਾਤਮਾ ਬੇਪਰਵਾਹ, ਉਹਨੂੰ ਪਰਵਾਹ ਕੋਈ ਨਹੀਂ। ਤਿਸ ਤਿਲ ਨਾ ਤਮਾਈ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਮਾ ਨਹੀਂ। ਇਹ ਤਮਾ ਤੁਸੀਂ ਸਮਝ ਗਏ ਹੋਵੋਗੇ। ਤਿਸ ਤਿਲ ਨਾ ਤਮਾਈ, ਉਹਨੂੰ ਇਹ ਤਮਾ ਨਹੀਂ ਵੀ ਫਲਾਣਾ ਸਿੰਘ ਵੀ ਮੇਰਾ ਸਿੱਖ ਬਣ ਜੇ, ਫਲਾਣਾ ਸਿੰਘ ਵੀ ਮੇਰਾ ਸਿੱਖ ਬਣ ਜੇ। ਉਹਨੇ ਤਾਂ ਪਰਚਾ ਜਿਹੜਾ ਇਸ ਤਰ੍ਹਾਂ ਕਰੜਾ ਹੀ ਪਾਉਣਾ ਜੇ। ਉਹਨੇ ਤਾਂ ਪੇਪਰ ਜਿਹੜਾ ਉਹਦੇ 'ਚ ਨਕਲ ਨਹੀਂ ਕਰਨ ਦੇਣੀ। ਪੇਪਰ ਜਿਹੜਾ ਪਰਚਾ ਉਹ ਇਸ ਤਰ੍ਹਾਂ ਕਰੜਾ ਹੀ ਪਾਉਣਾ। ਕਿਵੇਂ ਪਾਉਣਾ? ਜਿਵੇਂ ਭਾਈ ਮੰਝ ਜੀ ਤੇ ਪਾਇਆ ਸੀ, ਜਿਵੇਂ ਭਾਈ ਤਿਲਕੂ ਜੀ ਤੇ ਪਾਇਆ ਸੀ। ਹੁਣ ਮਹੇਸ਼ਾ ਜੋਗੀ ਜਿਹੜਾ ਵੀ ਇੱਕ ਪਰਚਾ ਹੀ ਪਾਇਆ ਸੀ ਪਰਮਾਤਮਾ ਨੇ, ਗੁਰੂ ਅਰਜਨ ਦੇਵ ਜੀ ਨੇ। ਵੇਖੀਏ ਤਾਂ ਭਾਈ ਤਿਲਕੂ ਜੀ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ। ਤੇ ਜਦੋਂ ਪੂਰਾ ਉੱਤਰ ਆਇਆ, ਭਾਈ ਮੰਝ ਜੀ ਪੂਰੇ ਉੱਤਰ ਆਏ ਤੇ ਫਿਰ ਪਰਚੇ 'ਚੋਂ ਪਾਸ ਹੋਏ ਸੀ। ਜੇ ਪਰਵਾਹ ਹੁੰਦੀ ਵੀ ਭਾਈ ਮੰਝ ਜੀ ਕਿਤੇ ਛੱਡ ਕੇ ਨਾ ਭੱਜ ਜਾਣ, ਭਾਈ ਤਿਲਕੂ ਜੀ ਕਿਤੇ ਛੱਡ ਕੇ ਨਾ ਭੱਜ ਜਾਣ, ਤਮਾ ਹੁੰਦੀ ਵੀ ਕਿਤੇ ਹੋਰ ਕਿਸੇ ਦਾ ਸਿੱਖ ਨਾ ਬਣ ਜਾਣ, ਤੇ ਫਿਰ ਭਾਈ ਇਹ ਗੁਰੂ ਨਹੀਂ ਸੀ। ਇਹ ਵੀ ਮੈਂ ਕਹਿ ਸਕਦਾ।
ਤੇ ਗੁਰੂ ਹੈ ਜਿਹੜਾ ਉਹ ਪਰਵਾਹ ਨਹੀਂ ਕਿਸੇ ਦੀ ਕਰਦਾ, ਸੰਤ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ, ਤੇ ਪਰਮਾਤਮਾ ਤੇ ਤਿਲ ਨਾ ਤਮਾਈ ਉਹਨੂੰ ਬਿਲਕੁਲ ਹੀ ਤਮਾ ਨਹੀਂ ਹੈਗੀ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਆਪ ਸਾਰਿਆਂ ਦੇ ਅੰਦਰ ਗੁਰੂ ਦੇ ਉੱਤੇ ਸ਼ਰਧਾ ਭਾਵਨਾ ਅਤੁੱਟ ਭਰੋਸਾ ਬਣੇ, ਜਿੰਦੇ ਨਾਲ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਹੋਵੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਓ ਮੇਲ।